ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਿਆਨਤਾ ਸਭ ਤੋਂ ਵੱਡਾ ਸਰਾਪ ਹੈ, ਪਰ ਗਿਆਨ ਉਹ ਪ੍ਰਵਾਜ਼ ਹੈ ਜਿਹੜੀ ਇਨਸਾਨ ਨੂੰ ਸੱਚਖੰਡ ਤੱਕ ਲੈ ਜਾਂਦੀ ਹੈ। ਸ਼ੇਕਸਪੀਅਰ ਦੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਆਗਿਆ ਦਿਓ। ਇੱਕ ਵਾਰ ਫੇਰ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਤਰ੍ਹਾਂ ਹਾਰਦਿਕ ਸਵਾਗਤ। ਵਿਸ਼ਵ ਖਬਰ ਸਮੀਖਿਆ, ਜਿਹਦੇ ਵਿੱਚ ਅਸੀਂ ਤੁਹਾਨੂੰ ਦੁਨੀਆ ਦੀਆਂ ਖਬਰਾਂ ਦੇ ਨਾਲ ਅੰਦਰੂਨੀ ਖਬਰਾਂ ਵੀ ਸੁਣਾਉਂਦੇ ਰਹਿੰਦੇ ਹਾਂ। ਅੰਦਰੂਨੀ ਖਬਰਾਂ ਕਿ ਤੁਹਾਡੇ ਮਨ ਦੀਆਂ ਖਬਰਾਂ, ਜਿਹੜਾ ਤੁਹਾਡਾ ਖਬਰਾਂ ਪੜ੍ਹਦਾ ਹੈ। ਸਵੇਰ ਨੂੰ ਜਦੋਂ ਅਸੀਂ ਉੱਠਦੇ ਹਾਂ, ਬਹੁਤ ਸਾਰੇ ਲੋਕਾਂ ਦੇ ਜਿਹੜੇ ਆਪਣੇ ਆਪਣੇ ਅਭਿਆਸ ਨੇ, ਆਪਣੇ ਆਪਣੇ ਤਰੀਕੇ ਨੇ ਇਹ ਸਵੇਰ ਨੂੰ ਆਪਣੇ ਦਿਨ ਨੂੰ ਸ਼ੁਰੂ ਕਰਨ ਦੇ। ਸਿਆਣੇ ਕਹਿੰਦੇ ਨੇ, ਉਹਨਾਂ ਦਾ ਕਥਨ ਹੈ ਕਿ ਅਗਰ ਤੁਹਾਡੇ ਕੋਲ ਸਕਾਰਾਤਮਕ ਸੋਚ ਹੈ ਤਾਂ ਤੁਹਾਡਾ ਸਾਰਾ ਦਿਨ ਖੁਸ਼ੀਆਂ ਵਿੱਚ ਗੁਜ਼ਰ ਜਾਂਦਾ ਹੈ। ਅਗਰ ਤੁਹਾਡੇ ਵਿੱਚ ਕੋਈ ਨਿਰਾਸ਼ਾ ਹੈ, ਕੋਈ ਨੈਗੇਟਿਵਿਟੀ ਹੈ, ਨਕਾਰਾਤਮਕਤਾ ਹੈ, ਫਿਰ ਤੁਹਾਡਾ ਸਾਰਾ ਦਿਨ ਮਸੋਸਿਆ ਜਿਹਾ ਰਹਿੰਦਾ ਹੈ। ਸੋ ਕੋਸ਼ਿਸ਼ ਕਰੋ ਕਿ ਸਵੇਰ ਨੂੰ ਜਦੋਂ ਉੱਠਦੇ ਹਾਂ, ਜਿਹੜਾ ਤੁਹਾਡਾ ਮਨ ਹੈ ਉਹਦੇ ਵਿੱਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਸਕਾਰਾਤਮਕਤਾ ਹੋਣੀ ਚਾਹੀਦੀ ਹੈ। ਕੁਦਰਤ ਦੇ ਰੰਗਾਂ ਨੂੰ ਦੇਖੋ। ਜਦੋਂ ਤੁਸੀਂ ਬਾਹਰ ਸੈਰ ਕਰਨ ਜਾਂਦੇ ਆ, ਅਸਮਾਨ ਦੇ ਰੰਗਾਂ ਨੂੰ ਦੇਖਦੇ ਆ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਕੁਦਰਤ ਆਪਕੇ ਪਰਮਾਤਮਾ ਕਿੱਡਾ ਵੱਡਾ ਚਿੱਤਰਕਾਰ ਹੈ। ਜਦੋਂ ਸਵੇਰ ਨੂੰ ਸਵੇਰੇ ਘਾਹ ਦੇ ਉੱਤੇ ਤਰੇੜ ਪਈ ਹੁੰਦੀ ਆ, ਤੁਸੀਂ ਇਹ ਦੇਖਦੇ ਹੋ ਕਿ ਇਹ ਵੀ ਇੱਕ ਨਵੀਂ ਜ਼ਿੰਦਗੀ ਹੈ। ਸੋ ਸਕਾਰਾਤਮਕਤਾ ਬੜੀ ਜ਼ਰੂਰੀ ਹੈ। ਤੇ ਨਾਲ ਦੀ ਨਾਲ ਅਸੀਂ ਗੱਲ ਕਰਦੇ ਹਾਂ, ਇਹਨਾਂ ਮੁਲਕਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਸ ਵੇਲੇ ਇਨਸਾਨੀਅਤ ਨੂੰ ਹੈ ਜਾਂ ਮਨੁੱਖਤਾ ਨੂੰ ਹੈ, ਉਹ ਹੈ ਉਹਦਾ ਜਨਜੀਵਨ ਅਤੇ ਉਹਦੀ ਨਿੱਜੀ ਸਿਹਤ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਤੁਹਾਨੂੰ ਪਤਾ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡਾਕਟਰ ਮਹਿੰਦਰ ਗਿੱਲ ਜੀ ਦੇ ਨਾਲ ਗੱਲ ਕਰਦੇ ਹਾਂ, ਉਹਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਸੋ ਸਭ ਤੋਂ ਵੱਡੀ ਗੱਲ ਹੈ ਕਿ ਗਿਆਨ ਨੂੰ ਪ੍ਰਾਪਤ ਕਿੱਦਾਂ ਕਰਨਾ ਹੈ। ਗਿਆਨ ਅੱਜ ਦੇ ਜ਼ਮਾਨੇ ਦੇ ਵਿੱਚ, ਗਿਆਨ ਵੀ ਜੇ ਕਹਿ ਲਈਏ ਕਿ ਉਹ ਇੱਕ ਦੁਰਲੱਭ ਚੀਜ਼ ਹੋ ਗਈ ਹੈ, ਕਿਉਂਕਿ ਇੰਨਾ ਸਾਡੇ ਕੋਲ ਜਾਣਕਾਰੀ ਦਾ, ਇਨਫੋਰਮੇਸ਼ਨ ਦਾ ਇੰਨਾ ਬੋਲਬਾਲਾ ਹੋ ਗਿਆ ਹੈ। ਨਾਲੇ ਅਸੀਂ ਜੇ ਕਹਿ ਲਈਏ ਕਿ ਕਿਰਤਮ ਬੁੱਧੀ ਜਿਸ ਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਵੀ ਕਹਿ ਸਕਦੇ ਹਾਂ, ਉਸ ਦਾ ਵੀ ਬਹੁਤ ਬੋਲਬਾਲਾ ਹੈ। ਸੋ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਸੋ ਇਹਦੇ ਬਾਰੇ ਨਿਰਣਾ ਕਰਨਾ ਵੀ, ਫਿਰ ਵੀ ਅਸੀਂ ਗੱਲ ਕਰਦੇ ਹਾਂ ਕੁਦਰਤ ਦੀ, ਉਹ ਜਿਹੜੀ ਅਦੁੱਤੀ ਦਾਤ ਹੈ। ਕੁਦਰਤ ਨੇ ਇੱਕ ਮਨੁੱਖ ਨੂੰ ਹੀ ਇਹੋ ਜਿਹਾ ਦਿਮਾਗ, ਬ੍ਰੇਨ ਦਿੱਤਾ ਹੈ ਜਿਹੜਾ ਕਿ ਚੰਗਾ ਸੋਚ ਸਕਦਾ ਹੈ ਤੇ ਵਧੀਆ ਕਰ ਸਕਦਾ ਹੈ। ਆਲਸੀ ਮਨੁੱਖ ਅਤੇ ਰੱਜਿਆ ਹੋਇਆ ਸ਼ਾਮੇ ਬੈਠਾ ਮਨੁੱਖ ਨਾ ਕੋਈ ਚੰਗਾ ਸੋਚ ਸਕਦਾ ਹੈ ਤੇ ਨਾ ਚੰਗਾ ਕਰ ਸਕਦਾ ਹੈ। ਸੋ ਜਿਹੜੀਆਂ ਬਹੁਤ ਸਾਰੀਆਂ ਸਹੂਲਤਾਂ ਨੇ, ਉਸਨੇ ਬੰਦੇ ਨੂੰ ਵੀ ਆਲਸੀ ਬਣਾ ਦਿੱਤਾ ਹੈ, ਜਾਂ ਕਹਿ ਦਈਏ ਸਰੀਰਕ ਤੌਰ ਤੇ ਵੀ ਤੇ ਦਿਮਾਗੀ ਤੌਰ ਤੇ ਵੀ ਬੰਦੇ ਨੂੰ ਬਿਮਾਰ ਕਰ ਦਿੱਤਾ ਹੈ। ਸੋ ਤੁਸੀਂ ਆਪਣੇ ਆਪ ਨੂੰ ਤੰਦਰੁਸਤੀ ਵਿੱਚ ਰੱਖਣਾ ਹੈ, ਆਪਣੇ ਸਰੀਰ ਨੂੰ ਤੇ ਆਪਣੀ ਸਿਹਤ ਨੂੰ। ਸਿਹਤ ਤੁਹਾਡੀ ਤੰਦਰੁਸਤ ਤਾਂ ਹੋਵੇਗੀ ਜੇ ਤੁਹਾਡਾ ਦਿਮਾਗ, ਤੁਹਾਡੀਆਂ ਸੋਚਾਂ ਤੰਦਰੁਸਤ ਹੋਣਗੀਆਂ। ਸੋ ਇਹਨਾਂ ਸ਼ਬਦਾਂ ਦੇ ਨਾਲ ਦਾ ਪ੍ਰੋਗਰਾਮ ਸ਼ੁਰੂ ਕਰਾਂਗੇ। ਅਸੀਂ ਗੱਲ ਕਰਦੇ ਹਾਂ, ਜਦੋਂ ਵੀ ਸਾਡੇ ਜਿਹੜੇ ਬਰਤਾਨੀਆ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਹੋਰ ਮੁਲਕਾਂ ਵਿੱਚ ਸਾਡੇ ਪੰਜਾਬੀ ਪੰਜਾਬ ਤੋਂ ਉੱਠ ਕੇ ਆਏ, ਉਹਨਾਂ ਨੇ ਆਪਣੇ ਨਾਲ ਬਹੁਤ ਕੁਝ ਲੈ ਕੇ ਆਂਦਾ ਤੇ ਆ ਕੇ ਜੋ ਇੱਥੇ ਉਹਨਾਂ ਨੇ ਆਪਣੇ, ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਉਹਨਾਂ ਦੀ ਇਹ ਹੈ, ਜਾਂ ਸਾਰੇ ਦਰਸ਼ਕ ਕਹਿ ਸਕਦੇ ਇਸ ਨਾਲ ਸਹਿਮਤ ਹੋਣਗੇ, ਕਿ ਉਹਨਾਂ ਦੀ ਨਵੇਂ ਮਾਹੌਲ ਦੇ ਵਿੱਚ ਇੱਕ ਸੁਰਤਾ, ਉਹਦੇ ਨਾਲ ਰਲ ਮਿਲ ਜਾਣਾ, ਘੁਲ ਮਿਲ ਜਾਣਾ, ਭਾਵ ਕਿ ਉੱਥੋਂ ਦੀ ਬੋਲੀ ਸਿੱਖਣੀ, ਉੱਥੋਂ ਦੇ ਸੱਭਿਆਚਾਰ ਨੂੰ ਸਿੱਖਣਾ, ਉਹਨਾਂ ਦੀਆਂ ਲੋਕਾਂ ਦੀਆਂ ਆਦਤਾਂ ਨੂੰ ਸਿੱਖਣਾ, ਉਹਨਾਂ ਦੇ ਨਾਲ ਘੁਲ ਮਿਲ ਜਾਣਾ ਤੇ ਨਾਲ ਦੀ ਨਾਲ ਜੋ ਉੱਥੋਂ ਦਾ ਵਾਤਾਵਰਣ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ। ਇਸ ਵੇਲੇ ਦੇਖਦੇ ਆ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਆਪਣਾ ਨਾਮਣਾ ਖੱਟਿਆ ਹੈ। ਕੈਨੇਡਾ ਵਿੱਚ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ MP ਬਣੇ ਹੋਏ ਨੇ, ਸਿੱਖਿਆ ਮੰਤਰੀ ਵੀ ਨੇ, ਤੇ ਨਾਲ ਦੀ ਨਾਲ ਉਹ ਰੱਖਿਆ ਮੰਤਰੀ ਵੀ ਕੈਨੇਡਾ ਦੇ ਬਣ ਚੁੱਕੇ ਆ। ਇਸੇ ਤਰ੍ਹਾਂ ਅਸੀਂ ਬਰਤਾਨੀਆ ਦੀ ਗੱਲ ਕਰਦੇ ਹਾਂ, ਬਰਤਾਨੀਆ ਵਿੱਚ ਵੀ ਪੰਜਾਬੀ ਮੂਲ ਦੇ ਬਹੁਤ ਸਾਰੇ MPs ਨੇ, ਮੈਂਬਰ ਪਾਰਲੀਮੈਂਟ ਨੇ। ਸੋ UK, ਯੂਰਪ ਦੇ ਵਿੱਚ ਵੀ ਅਸੀਂ ਦੇਖਦੇ ਹਾਂ। ਪਿਛਲੇ ਦਿਨਾਂ ਵਿੱਚ ਅਰਜਨਟੀਨਾ ਦੀ ਗੱਲ ਕੀਤੀ ਸੀ, ਉੱਥੋਂ ਦੇ ਇੱਕ ਬਹੁਤ ਹੀ ਸਾਡੇ ਸਤਿਕਾਰਯੋਗ ਪੰਜਾਬੀ ਵੀਰ ਕੁਲਦੀਪ ਸਿੰਘ ਸ਼ਾਇਦ ਨਾਮ ਸੀ ਉਹਨਾਂ ਦਾ, ਉਹਨਾਂ ਨੇ ਵੀ ਅਰਜਨਟੀਨਾ ਦੇ ਵਿੱਚ ਆਪਣਾ ਝੰਡਾ ਕੱਢਿਆ ਹੈ ਆਪਣੀ ਵਿਦਵਤਾ ਦਾ। ਸੋ ਇਹੋ ਜਿਹੇ ਵਿਦਵਾਨ ਸੱਜਣ ਸਾਡੇ ਨਾਲ ਬੜੇ ਚਿਰ ਤੋਂ ਜੁੜੇ ਨੇ। ਸਾਡੇ ਦਰਸ਼ਕ ਉਹਨਾਂ ਨੂੰ ਕੋਈ ਉਹਨਾਂ ਦੀ ਜਿਹੜੀ ਜਾਣ ਪਛਾਣ ਦੇ ਮੁਤਾਜ ਤਾਂ ਨਹੀਂ, ਪਰ ਫਿਰ ਵੀ ਮੈਂ ਕਹਾਂਗਾ ਬਹੁਤ ਹੀ ਸਤਿਕਾਰਯੋਗ ਸਰਦੂਲ ਸਿੰਘ ਜੀ ਮਾਰਵਾ MPE, ਜਿਹੜੇ ਕਿ ਕਾਉਂਸਲਰ ਵੀ ਨੇ, ਤੇ ਉਹਨਾਂ ਦੇ ਜੀਵਨ ਬਾਰੇ ਨਾਲ ਦੀ ਨਾਲ ਉਹਨਾਂ ਦੀਆਂ ਅੱਖਾਂ ਦੇ ਰਾਹੀਂ, ਉਹਨਾਂ ਦੀ ਜ਼ੁਬਾਨੀ ਜੋ ਉਸ ਵੇਲੇ ਦੀ ਪੰਜਾਬੀ ਸਥਿਤੀ ਸੀ, ਪੰਜਾਬੀਆਂ ਦੀ ਇਸ ਮੁਲਕ ਬਰਤਾਨੀਆ ਦੇ ਅਸੀਂ ਗੱਲ ਕਰਦੇ ਹਾਂ ਕਿ ਬਰਤਾਨੀਆ ਵਿੱਚ ਪਹਿਲਾਂ ਝੰਡੇ ਗੱਡੇ ਪੈਰ ਪਾਏ ਪੰਜਾਬੀਆਂ ਨੇ, ਉਹ ਸਥਿਤੀ ਕਿਹੋ ਜਿਹੀ ਸੀ। ਆਓ ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸਰਦੂਲ ਸਿੰਘ ਮਾਰਵਾ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਗੱਲ ਅਸੀਂ ਕਰਾਂਗੇ, ਤੁਸੀਂ ਬਹੁਤ ਸਾਰੇ
ਕਹਿੰਦੇ ਹੁੰਦੇ ਆ ਸਤਹਾਂ ਤੋਂ ਉੱਪਰ ਉੱਠ ਕੇ ਆਏ ਤੇ ਫਿਰ ਤੁਹਾਡਾ ਦਾਖਲਾ ਹੋਇਆ ਇੱਥੋਂ ਦੀ ਰਾਜਨੀਤੀ ਦੇ ਵਿੱਚ, ਇੱਥੋਂ ਦੀ ਪੋਲਿਟਿਕਸ ਦੇ ਵਿੱਚ। ਉਹਦੇ ਬਾਰੇ ਸ਼ੁਰੂ ਵਿੱਚ ਦੱਸੋ ਕਿ ਕੀ ਕਾਰਨ ਬਣੇ, ਕਿਹੋ ਜਿਹਾ ਮਾਹੌਲ ਸੀ ਪੰਜਾਬੀਆਂ ਦੇ ਵਿੱਚ, ਕਿਹੋ ਜਿਹਾ ਮਾਹੌਲ ਸੀ ਜਦੋਂ ਕਿ ਸਾਰੇ ਲੋਕ ਜਿਹੜੇ 1960 ਦੇ ਵਿੱਚ ਤਾਂ ਉਹ ਸਭ ਦਾ ਰੋਜ਼ੀ ਰੋਟੀ ਜਾਂ ਘਰ ਮਕਾਨ ਦੀ ਭਾਲ ਵਿੱਚ ਹੀ ਲੱਗੇ ਰਹਿੰਦੇ ਸੀ, ਫਿਕਰ ਵਿੱਚ ਲੱਗੇ ਰਹਿੰਦੇ ਸੀ। ਤੁਸੀਂ ਉਦੋਂ ਕੀ ਮਹਿਸੂਸ ਕੀਤਾ ਤੇ ਤੁਸੀਂ ਰਾਜਨੀਤੀ ਵਿੱਚ ਕਿੱਦਾਂ ਆਏ? ਧੰਨਵਾਦ ਸ਼ਿੰਦਰ ਜੀ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ, ਸੋਚਦੇ ਹਾਂ, ਜਿੱਦਾਂ ਨਾ ਬੱਚੇ ਨੂੰ ਪਹਿਲੀ ਵਾਰ ਸਕੂਲ ਭੇਜਿਆ ਜਾਵੇ ਤੇ ਉਸ ਵੇਲੇ ਬੱਚਾ ਬੜਾ ਡਰਦਾ ਜਾਗਦਾ। ਜਿਹੜੇ ਆਪਣੇ ਇਸ ਮੁਲਕ ਦੇ ਵਿੱਚ ਲੋਕ ਆਏ ਨਾ, ਉਹਨਾਂ ਦਾ ਸਿਰ ਸਭ ਤੋਂ ਪਹਿਲਾ ਕੰਮ ਤੇ ਇਹੀ ਸੀ ਵੀ ਕਾਰੋਬਾਰ, ਕੰਮ ਕਰੀਏ, ਪੈਸੇ ਕਮਾਈਏ, ਪਿੱਛੇ ਨੂੰ ਭੇਜੀਏ। ਤੇ ਜਿਹੜਾ ਪਰਿਵਾਰ ਛੱਡ ਕੇ ਆਏ ਆ ਜਾਂ ਰਿਸ਼ਤੇਦਾਰ ਛੱਡ ਕੇ ਆਏ, ਮਾਂ ਪਿਓ ਛੱਡ ਕੇ ਆਏ ਆ, ਸਭ ਤੋਂ ਵੱਡੀ ਇਹੀ ਗੱਲ ਸੀ। ਔਰ ਤਨਦੇਹੀ ਦੇ ਨਾਲ ਇੰਨੇ, ਜਿਹੜੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਚੁੱਕਾ ਵੀ, ਜਾਣੀ ਇੰਨਾ ਸਖਤ ਮਿਹਨਤ, ਇੰਨਾ ਔਖੇ ਕੰਮ ਜਿਹੜੇ ਆਪਣਿਆਂ ਨੇ ਕੀਤੇ ਆ। ਉਸ ਤੋਂ ਬਾਅਦ ਨਾਲ ਫਿਰ ਇਹ ਹੈਗਾ ਵੀ ਜਦੋਂ ਤੁਹਾਨੂੰ ਪਤਾ ਵੀ ਜਦੋਂ ਕਿਸੇ ਮੁਲਕ ਦੇ ਵਿੱਚ ਜਾਂਦੇ ਆ ਤੇ ਉੱਥੋਂ ਦੇ ਲੋਕ ਇਹ ਦੇਖਦੇ ਵੀ ਇਹ ਕੌਣ ਆ ਗਏ ਆ, ਇਹ ਕਿੱਦਾਂ ਸਾਡੇ ਤੇ ਹੁਣ ਹਾਵੀ ਹੋਣਗੇ। ਭਾਵੇਂ ਔਖੀਆਂ ਜਿਹੜੀਆਂ ਜੌਬਾਂ ਸੀਗੀਆਂ, ਕੰਮਕਾਰ ਸੀਗੇ, ਉਹ ਸਾਡੇ ਲੋਕ ਹੀ ਕਰਦੇ ਸੀ, ਪਰ ਇਹ ਸਾਰਾ ਕੁਝ ਦੇਖਣ ਦੇ ਨਾਲ, ਜਿਹਨੂੰ ਆਪਾਂ ਰੇਸਿਜ਼ਮ ਕਹਿੰਦੇ ਆ ਜਾਂ ਇਹਨੂੰ ਕਹਿੰਦੇ ਆ ਵੀ ਸਾਡੇ ਤੇ ਜਿਹੜੀ ਨਸਲ ਦਾ ਜਿਹੜਾ ਅਸੀਂ ਨਸਲ ਦੇ ਸ਼ਿਕਾਰੀ ਹੋ ਰਹੇ ਹੈਗੇ ਸੀਗੇ। ਉਸ ਵੇਲੇ ਇਹ ਸੀ ਪੋਲੀਟੀਕਲ ਜਿਹੜੀ ਸਿਚੁਏਸ਼ਨ ਸੀਗੀ, ਜਿੱਦਾਂ ਹੁਣ ਤੁਸੀਂ ਪਹਿਲਾਂ ਕਿਹਾ, ਜਾਂ ਕੈਨੇਡਾ ਜਾਂ ਇੱਥੋਂ ਦੇ ਹੁਣ ਤਾਂ ਕਾਉਂਸਲਰ, JPs, MPs, ਹਾਊਸ ਆਫ ਲਾਰਡ ਦੇ ਵਿੱਚ ਇਹ ਮਤਲਬ ਦਾਖਲਾ ਹੋ ਚੁੱਕਾ ਹੈ। ਪਰ ਉਸ ਸਮੇਂ ਦੇ ਵਿੱਚ ਸ਼ਿੰਦਰਪਾਲ ਜੀ ਇੱਕ ਬਹੁਤ ਹੀ ਔਖਿਆਈ ਦਾ ਸਮਾਂ ਸੀ। ਸ਼ਾਇਦ ਕੁਝ ਲੋਕਾਂ ਨੂੰ ਯਾਦ ਹੋਵੇਗਾ, ਜਿਹੜੇ ਕੁਝ ਮੇਰੀ ਉਮਰ ਦੇ ਜਾਂ ਮੇਰੇ ਤੋਂ ਪਹਿਲਾਂ ਦੇ ਹੈਗੇ ਆ, ਤੇ ਉਸ ਸਮੇਂ ਇਹ ਸੀਗਾ ਵੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਸੀ ਜਾਂ ਉਧਰਲੇ ਪਾਸੇ ਨੂੰ ਵੀ ਧਿਆਨ ਦੇਣਾ ਸੀ। ਤੇ ਪਰ ਕਿਉਂਕਿ ਇਹ ਨਸਲ ਵਿਤਕਰੇ ਦੇ ਜਿਹੜਾ ਗੱਲ ਜਿਹਨੂੰ ਆਪਾਂ ਰੇਸਿਜ਼ਮ ਕਹਿੰਦੇ ਆ, ਉਸ ਵੇਲੇ ਇੱਕ ਸ਼ਖਸ ਸੀਗਾ ਵੁਲਵਰਹੈਂਪਟਨ ਦਾ MP ਈਨੋਕ ਪਾਵਲ। ਉਸਨੇ ਉਹ ਇਹੋ ਜਿਹੀਆਂ ਸਪੀਚਾਂ ਕੀਤੀਆਂ ਕਿ ਜਿਹਦੇ ਨਾਲ ਉਹਨੇ ਕਿਹਾ ਰਿਵਰਸ ਆਫ ਬਲੱਡ ਦੇ ਤੁਹਾਡੀਆਂ ਇਹ ਸਾਰਾ ਕੁਝ ਲੈ ਜਾਣਗੇ, ਇਹਨਾਂ ਨੂੰ ਇਮੀਗ੍ਰੇਸ਼ਨ ਨੂੰ ਕੰਟਰੋਲ ਕਰੋ, ਬਹੁਤ ਸਪੀਚਾਂ ਕੀਤੀਆਂ। ਉਸਦੇ ਨਾਲ ਇੱਕ ਬੰਦਾ ਜਿਹੜਾ ਜਿਹਦੇ ਤੇ ਕਿਉਂਕਿ ਜ਼ੋਰ ਸੀ ਆਪਣਾ ਸਾਰਾ ਸਮੈਦਿਕ ਦੇ ਵਿੱਚ, ਕਿਉਂਕਿ ਉੱਥੇ ਫੈਕਟਰੀਆਂ ਫਾਊਂਡਰੀਆਂ ਦੇ ਕੰਮ ਚੱਲਦੇ ਸੀਗੇ, ਇੱਥੇ ਆਪਣੇ ਬੰਦੇ ਆ ਕੇ ਰਹੇ ਤੇ ਇੱਥੇ ਹੀ ਸਭ ਤੋਂ ਪਹਿਲਾਂ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਦਿਕ ਦੇ ਵਿੱਚ ਜਿਹੜਾ ਬਣਿਆ 1962 ਦੇ ਵਿੱਚ। ਤੇ ਇੱਥੋਂ ਦਾ MP ਸੀ ਪੀਟਰ ਗ੍ਰਿਫਿਥਸ। ਜਿਹੜਾ ਇਹ ਪੀਟਰ ਗ੍ਰਿਫਿਥ ਸੀਗਾ, ਇਸ ਨੇ ਇੰਨਾ ਰੇਸਿਜ਼ਮ ਦਾ ਇੰਨਾ ਬੋਲਬਾਲਾ ਕੀਤਾ ਹੈਗਾ। ਤੇ ਉਸ ਵੇਲੇ ਕੰਧਾਂ ਦੇ ਉੱਤੇ ਇੱਕ ਗੱਲ ਇਹ ਲਿਖੀ ਗਈ ਸੀਗੀ, ਇਫ ਯੂ ਵਾਂਟ ਨਿਗਰ ਐਜ਼ ਏ ਨੇਬਰ ਵੋਟ ਲੇਬਰ। ਇਹੋ ਜਿਹੇ ਮਤਲਬ ਸਲੋਗਨ ਜਿਹੜੇ ਵਰਤੇ ਗਏ ਸੀਗੇ। ਤੇ ਉਸ ਵੇਲੇ ਆਪਣੇ ਜਿਹੜੇ ਬੰਦੇ, ਕਿਉਂਕਿ ਅਸੀਂ ਤਾਜ਼ੇ ਆਏ ਸੀ ਔਰ ਮੈਂ ਹਲਕੀ ਉਮਰ ਦਾ ਸੀਗਾ, ਤੇ ਉਹ ਕਿਉਂਕਿ ਬੰਦੇ ਬਹੁਤੇ ਇੰਨੇ ਪੜ੍ਹੇ ਲਿਖੇ ਵੀ ਨਹੀਂ ਸੀਗੇ ਤੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਸੀ, ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ। ਫਿਰ ਥੋੜ੍ਹਾ ਜਿਹਾ ਇਹ ਆਇਆ ਉਸ ਵੇਲੇ, ਫਿਰ ਕੁਛ ਬੰਦੇ ਚਮਕੇ, ਇੰਡੀਅਨ ਵਰਕਰ ਐਸੋਸੀਏਸ਼ਨ ਦੇ ਅਵਤਾਰ ਜੌਲ ਵਰਗੇ ਤੇ ਹੋਰ ਇਹ ਬੰਦੇ। ਮਾਰਵਾ ਜੀ, ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹਾਂਗਾ। ਇਹ ਜਿਹੜੇ ਨਾਅਰੇ ਤੁਸੀਂ ਗੱਲ ਕੀਤੀ ਆ, ਬੜਾ ਇਹ ਦੁਖਦਾਈ ਨਾਅਰਾ ਸੀ। ਕੀ ਇਹ ਪੀਟਰ ਗ੍ਰਿਫਿਥ ਨੇ ਲਿਖਿਆ ਸੀ? ਤਾਂ ਇਹਦੀ ਥੋੜੀ ਜਿਹੀ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। ਹਾਂਜੀ, ਤੇ ਇਹ ਜਿਹੜਾ ਨਾਅਰਾ ਸੀਗਾ ਇਹ ਕੰਧਾਂ ਤੇ ਲਿਖਿਆ, ਪਰ ਪੀਟਰ ਗ੍ਰਿਫਿਥਸ ਆਪਣੇ ਹੱਥ ਧੋਂਦਾ ਸੀ। ਇਹ ਕਹਿੰਦਾ ਸੀ ਮੈਂ ਨਹੀਂ ਇਹ ਕਿਹਾ ਹੈਗਾ, ਪਰ ਕਿਉਂਕਿ ਜਿਹੜਾ ਮੂਹਰੇ ਖੜਾ ਹੁੰਦਾ ਨਾ ਕੈਂਡੀਡੇਟ, ਉਹ ਕਦੀ ਵੀ ਆਪਣੇ ਸਿਰ ਗੱਲ ਨਹੀਂ ਲੈਂਦਾ ਹੈਗਾ। ਪਰ ਇਹ ਗੱਲਾਂ ਲਿਖੀਆਂ ਗਈਆਂ ਪਾਰਟੀ ਵਾਲਿਆਂ ਦੇ ਵਿੱਚੋਂ, ਵਧੀਆ ਲਿਖੀਆਂ ਗਈਆਂ ਜਾਂ ਲੋਕਾਂ ਤੋਂ ਲਿਖਵਾਈਆਂ ਗਈਆਂ। ਪਰ ਇਹੋ ਜਿਹੇ ਜਿਹੜੇ ਨਾਅਰੇ ਸੀਗੇ, ਉਸਨੇ ਬੜਾ ਕੁਛ ਮਤਲਬ ਜਿਹੜਾ ਮੀਡੀਆ ਤਾਂ ਚਲੋ BBC ਜਾਂ ITV ਜਾਂ ਇਹੋ ਜਿਹੇ ਸੀਗੇ ਜਾਂ ਅਖਬਾਰਾਂ ਸੀਗੀਆਂ, ਉਹਨਾਂ ਨੇ ਇਸ ਗੱਲ ਨੂੰ ਚੱਕਿਆ ਜ਼ਰੂਰ। ਤੇ ਉਸ ਵੇਲੇ ਜਿੱਦਾਂ ਮੈਂ ਹੁਣ ਗੱਲ ਕੀਤੀ ਸੀਗੀ ਵੀ ਹੁਣ ਅਵਤਾਰ ਸਿੰਘ ਜੌਲ ਵਰਗੇ ਜਿਹੜੀ ਮਰਹੂਮ, ਉਹ ਤਾਂ ਅੱਜ ਦੁਨੀਆ ਤੇ ਹੈ ਨਹੀਂ, ਉਹ ਬੰਦੇ ਫਿਰ ਚਮਕ ਗਏ ਕਿਉਂਕਿ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਵੱਲੋਂ ਕੁਛ ਉਹ ਪੜ੍ਹੇ ਲਿਖੇ ਵੀ ਸੀਗੇ। ਇਹ ਜਿੱਦਾਂ ਜੇ ਗੱਲ ਫਿਰ ਵੱਧਦੀ ਗਈ ਤੇ ਉਸ ਵੇਲੇ ਫਿਰ ਲੇਬਰ ਪਾਰਟੀ ਨੇ ਸੋਚਿਆ ਵੀ ਇੱਥੇ ਕੌਣ ਬੰਦਾ ਜਿੱਤ ਸਕਦਾ। ਉਹਨਾਂ ਨੇ ਫਿਰ ਇੱਕ ਮਸ਼ਹੂਰ ਹਾਲੀਵੁੱਡ ਦਾ ਐਕਟਰ ਜਿਹੜਾ ਇੱਥੇ ਮਤਲਬ ਸੀਗਾ ਸਟੈਟਫੋਰਡ, ਜਿੱਥੇ ਉਹ ਥੀਏਟਰ ਦਾ ਵੀ ਐਕਟਰ ਸੀਗਾ, ਐਂਡਰੂ ਫੋਲਡਸ, ਉਹਨੂੰ ਪੋਲੀਟਿਕਸ ਦੇ ਵਿੱਚ ਇਸ ਨੂੰ ਲੈ ਕੇ ਆਂਦਾ। ਤੇ ਇਹ ਕਿਉਂਕਿ ਇੱਕ ਤਾਂ ਦਾੜੀ ਰੱਖੀ ਸੀ ਤੇ ਆਪਣੇ ਸਿੱਖਾਂ ਦਾ ਵੀ ਥੋੜ੍ਹੀ ਜਿਹੀ ਗੱਲ ਹੋ ਜਾਂਦੀ ਸੀ। ਇਹਦੇ ਪੱਗ ਵੀ ਬੰਨ੍ਹ ਦਿੱਤੀ ਸੀ। ਉਹ ਪੱਗ ਫੋਟੋ ਤਾਂ ਮੇਰੇ ਕੋਲ ਨਹੀਂ ਹੈ, ਪਰ ਇਹਦੇ ਪੱਗ ਬੰਨ੍ਹਣ ਦੇ ਨਾਲ ਇਸ ਨੂੰ ਮਤਲਬ ਐਂਡਰੂ ਸਿੰਘ ਫੋਲਡ ਵੀ ਬਣਾ ਦਿੱਤਾ ਸੀਗਾ ਕਈ ਗੱਲਾਂ ਦੇ ਵਿੱਚ। ਤੇ ਇਹ ਬੰਦਾ ਜਦੋਂ ਆਇਆ ਤੇ ਇਸ ਦੀ ਮਤਲਬ ਸਾਡੇ ਨਾਲ ਪੰਜਾਬੀ ਭਾਈਚਾਰੇ ਦੇ ਨਾਲ ਬਹੁਤ ਨੇੜਤਾ ਹੋ ਗਈ ਤੇ ਵੋਟਾਂ ਦੇ ਵਿੱਚ। ਤੇ ਉਸ ਵੇਲੇ ਯੰਗ ਉਮਰ ਦੇ ਵਿੱਚ ਵੀ ਅਸੀਂ ਵੀ ਲੀਫਲੇਟਿੰਗ
ਸ਼ੁਰੂ ਕਰ ਦਿੱਤੀ। ਜੇ ਮੈਂ ਇਹ ਵੀ ਕਹਿ ਦੇਵਾਂ ਕਿ ਸਾਨੂੰ ਵੀ ਇੱਧਰ ਨੂੰ ਇਹ ਚਸਕਾ ਬਣ ਗਿਆ ਵੀ ਪੋਲੀਟਿਕਸ ਹੁੰਦੀ ਕੀ ਆ। ਇਸ ਇਲੈਕਸ਼ਨ ਦੇ ਵਿੱਚ ਫਿਰ 60 ਦੇ ਦਹਾਕੇ ਦੇ ਵਿੱਚ ਇਹ ਐਂਡਰੂ ਫੋਰਡ ਜਿਹੜਾ MP ਪਰਵਾ ਜੀ, ਸਮੈਥਿਕ ਦਾ ਜਦੋਂ ਐਂਡਰੂ ਫੋਰਡ ਦੀ ਨਾਮਜ਼ਦਗੀ ਹੋਈ ਜਾਂ ਉਮੀਦਵਾਰ ਕੈਂਡੀਡੇਟ ਚੁਣਿਆ ਗਿਆ, ਕੀ ਤੁਸੀਂ ਉਦੋਂ ਲੇਬਰ ਪਾਰਟੀ ਨੂੰ ਸਪੋਰਟ ਕਰਦੇ ਸੀ? ਤਾਂ ਕੀ ਤੁਸੀਂ ਉਸ ਕੈਂਪੇਨ ਦੇ ਵਿੱਚ ਸ਼ਾਮਲ ਸੀਗੇ, ਲੇਬਰ ਪਾਰਟੀ ਦੀ ਕੈਂਪੇਨ ਦੇ ਵਿੱਚ? ਉਸ ਵੇਲੇ ਜਿਹੜੀ ਸਪੋਰਟ ਕਿਹੜੀ ਸੀ ਵੀ ਲੇਬਰ ਪਾਰਟੀ, ਕੰਸਰਵੇਟਿਵ ਪਾਰਟੀ, ਕਿਸੇ ਨੂੰ ਕੁਝ ਨਹੀਂ ਸਾਨੂੰ ਪਤਾ ਹੁੰਦਾ ਸੀ। ਸਿਰਫ ਇਹ ਸੀਗਾ ਵੀ ਆਹ ਬੰਦਾ ਸਾਨੂੰ ਗਾਲਾਂ ਕੱਢਦਾ, ਇਹਨੂੰ ਹਰਾਉਣਾ ਤੇ ਐਂਡਰੂ ਫੋਰਡ ਨੂੰ ਜਿਤਾਉਣਾ। ਸੋ ਅਸੀਂ ਕਿਉਂਕਿ ਉਹਦੇ ਯੰਗ ਉਮਰ ਸਕੂਲ ਦੇ ਡੇਜ਼ ਸੀਗੇ ਸਾਡੇ, ਤੇ ਉਸ ਵੇਲੇ ਸਾਨੂੰ ਮੁੰਡੇ ਉਹ ਲਾਵੇ ਆਹ ਜਿਹੜੇ ਕਾਗਜ਼ ਲੀਡ ਲੋਕਾਂ ਦੇ ਘਰਾਂ ਦੇ ਵਿੱਚ ਸਿੱਟਣੇ ਹੈਗੇ ਆ। ਤੇ ਅਸੀਂ ਫਿਰ ਕੁਝ ਆਪਣੇ ਮੁੰਡੇ ਜਿਹੜੇ ਨਾਲ ਮਿੱਤਰ ਪੜ੍ਹਦੇ ਪੁੜ੍ਹਦੇ ਹੁੰਦੇ ਸੀ ਮੁੰਡੇ, ਬਲਦੇਵ, ਸੰਤੋਖ, ਆਪਣੇ ਬਾਵਾ, ਜਰਨੈਲ, ਇਹਦਾ ਬਹੁਤ ਸਾਰੇ ਮੁੰਡੇ ਸੀਗੇ। ਤੇ ਅਸੀਂ ਬਸ ਇਹ ਲੀਫਲੇਟਾਂ ਜਿਹੜੀਆਂ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਤੇ ਖੈਰ ਰਿਜ਼ਲਟ ਇਹ ਹੋਇਆ ਵੀ ਐਂਡਰੂ ਫੋਰਡ ਜਿੱਤ ਗਿਆ। ਤੇ ਉੱਥੇ ਫਿਰ ਸਮੈਥਿਕ ਗੁਰਦੁਆਰੇ ਇਹਨੂੰ ਸਰੋਪਾ ਵੀ ਦਿੱਤਾ ਗਿਆ, ਬਹੁਤ ਇਹ ਆਉਂਦਾ ਗਿਆ। ਤੇ ਜਾਣੀ ਉਸ ਵੇਲੇ ਫਿਰ ਜਾਣੀ ਇੱਧਰਲੇ ਪਾਸੇ ਨੂੰ ਆਪਣੇ ਲੋਕਾਂ ਦਾ ਥੋੜਾ ਜਿਹਾ ਚਸਕਾ ਹੋ ਗਿਆ, ਪਰ ਫਿਰ ਵੀ ਇਹੀ ਕਹਿੰਦੇ ਸੀ ਵੋਟ ਕਿਹਨੂੰ ਪਾਉਣੀ ਆ। ਤੇ ਦੂਜਾ ਇਹ ਰਲ ਗਿਆ ਨਾਲ ਵੀ ਅਸੀਂ ਜੀ ਲੇਬਰ ਬੰਦੇ ਆ, ਅਸੀਂ ਤੇ ਇੱਥੋਂ ਕੰਮ ਕਰਨ ਆਏ ਆ ਵੀ ਇਹ ਲੇਬਰ ਨੂੰ ਵੋਟਾਂ ਪਾਉਣੀਆਂ। ਦੂਸਰੇ ਪਾਸੇ ਜਦੋਂ ਭਾਰਤ ਦੀ ਆਜ਼ਾਦੀ ਹੋਈ ਆ ਉਸ ਵੇਲੇ ਵੀ ਲੇਬਰ ਗਵਰਨਮੈਂਟ ਸੀ। ਮੇਰੇ ਖਿਆਲ ਦੇ ਵਿੱਚ ਇਹਨੂੰ ਪਾਵਲ ਦੀ ਜੋ ਉਹਨੇ ਨਫ਼ਰਤ ਫੈਲਾਈ ਸੀ, ਤੁਸੀਂ ਪੀਟੀ ਗ੍ਰਿਫਿਥ ਦੀ ਗੱਲ ਕੀਤੀ ਆ, ਉਸ ਤੋਂ ਬਾਅਦ ਇੱਕ ਬਦਲਾਵ ਪੰਜਾਬੀ ਕਮਿਊਨਿਟੀ ਨੂੰ ਜਾਂ ਏਸ਼ੀਅਨ ਕਮਿਊਨਿਟੀ ਨੂੰ ਬਰਮਿੰਘਮ 'ਚ ਦੇਖਣ ਨੂੰ ਮਿਲਿਆ। ਤੇ ਉਸ ਤੋਂ ਬਾਅਦ ਕਿਉਂ ਸਾਡੇ ਕੋਲ ਸਮਾਂ ਬਹੁਤ ਥੋੜਾ ਹੁੰਦਾ ਮਾਰਵਾ ਜੀ, ਤੇ ਹੁਣ ਉਸ ਤੋਂ ਬਾਅਦ ਫਿਰ ਤਬਦੀਲੀਆਂ ਹੋਈਆਂ। ਤੁਹਾਡੀ ਫਿਰ ਦਾਖਲਾ ਕਦੋਂ ਹੋਇਆ? ਤੁਸੀਂ ਫਿਰ ਲੇਬਰ ਪਾਰਟੀ ਦੇ ਮੈਂਬਰ ਕਿੱਦਾਂ ਬਣੇ? ਉਹਦੀ ਥੋੜੀ ਗੱਲ ਕਰੋ ਸਾਡੇ ਦਰਸ਼ਕਾਂ ਨਾਲ। ਉਹ ਤਾਂ ਫਿਰ ਸਮਾਂ ਲੰਘਦਾ ਗਿਆ ਤੇ 1977 ਦੇ ਵਿੱਚ ਜਦੋਂ ਮੈਂ ਬਰਮਿੰਘਮ ਦੇ ਵਿੱਚ ਮੂਵ ਹੋ ਗਿਆ ਤੇ ਲੇਡੀਵੁੱਡ ਕੰਸਟੀਚੁਐਂਸੀ ਸੀਗੀ, ਇੱਥੋਂ ਦਾ ਇਹ ਬੰਦਾ ਸੀਗਾ MP, ਉਹ ਰਿਜ਼ਾਈਨ ਕਰ ਗਿਆ ਤੇ ਉਹ ਟੈਲੀਵਿਜ਼ਨ ਦੇ ਵਿੱਚ ਚਲਾ ਗਿਆ। ਉਹਦੀ ਜਿਹੜੀ ਫਿਰ ਬਾਈ ਇਲੈਕਸ਼ਨ ਸੀ, ਜੌਨ ਸੈਵਰ ਕੈਂਡੀਡੇਟ ਸੀਗਾ। ਤੇ ਜਦੋਂ ਉਹ ਕੈਂਡੀਡੇਟ ਬਣਿਆ ਤੇ ਉਸ ਵੇਲੇ ਜਾਨੀ ਮੈਂ ਪਹਿਲਾਂ ਜਿਹੜੀ ਗੱਲ ਕਰਕੇ ਹਟਿਆ, ਆਪਣੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਵੋਟ ਕਿਹਨੂੰ ਪਾਉਣੀ ਹੈ ਤੇ ਘਰਾਂ ਦੇ ਵਿੱਚ ਜਾ ਕੇ ਵੀ ਕਿੱਦਾਂ ਕਰਨੀ ਆ। ਤੇ ਫਿਰ ਉਦੋਂ ਸਮੈਥਿਕ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਮੇਰੇ ਕੋਲ ਆਏ, ਕਹਿਣ ਲੱਗੇ ਵੀ ਮੈਨੂੰ ਫੜ ਕੇ, ਅੰਗਰੇਜ਼ੀ ਉਹਨਾਂ ਦੀ ਸਿੱਧੀ ਸੀਗੀ, ਤਾਂ ਜੌਨ ਸੈਵਰ ਨੂੰ ਕਹਿੰਦੇ ਮੇਰੇ ਵੱਲ ਨੂੰ ਹੱਥ ਕਰਕੇ, ਯੂ ਹੈਲਪ ਹਿਮ। ਤੇ ਮੈਂ ਕਿਹਾ ਜੀ ਅੱਛਾ। ਉਹ ਚਲੇ ਗਏ। ਖੈਰ ਉਹ ਫਿਰ ਮੈਂ 77 ਦੇ ਵਿੱਚ ਕਾਫੀ ਸਰਗਰਮ ਹੋ ਕੇ ਮਤਲਬ ਮੈਂ ਫਿਰ ਕੰਮ ਕੀਤਾ ਤੇ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਬੋਲਦੇ ਗਏ ਸਪੀਚਾਂ, ਲੋਕਾਂ ਨੂੰ ਕਹਿੰਦੇ ਵੋਟਾਂ। ਤੇ ਜਦੋਂ ਇਹ ਫਿਰ ਬੰਦਾ ਜਿੱਤ ਗਿਆ ਤੇ ਮੈਨੂੰ ਫਿਰ ਇਹ ਘਰ ਆ ਕੇ ਜਦੋਂ ਉਹਨੇ ਪਾਰਟੀ ਕੀਤੀ ਤੇ ਉਹਨੇ ਫਿਰ ਮੈਨੂੰ ਕਿਹਾ ਵੀ ਤੂੰ ਸਾਡੇ ਨਾਲ ਪਾਰਟੀ ਦੇ ਵਿੱਚ ਰਲ। ਤੇ ਮੈਂ ਫਿਰ ਉਸ ਵੇਲੇ ਲੇਬਰ ਪਾਰਟੀ ਜੁਆਇਨ ਕਰ ਲਈ ਤੇ ਕਾਫੀ ਸਰਗਰਮ ਰਿਹਾ, ਕਾਫੀ ਕੰਮ ਕੁਮ ਹੁੰਦੇ ਰਹੇ ਚੰਗਾ। ਤੇ 1982 ਦੇ ਵਿੱਚ ਫਿਰ ਪਹਿਲੀ ਵਾਰ ਇਹ ਮੈਨੂੰ ਜਿਹੜੀ ਫਿਰ ਟਿਕਟ ਮਿਲੀ ਤੇ ਮੈਂ 1982 ਦੇ ਵਿੱਚ ਬਰਮਿੰਘਮ ਸ਼ਹਿਰ ਦਾ ਕਾਉਂਸਲਰ ਬਣ ਗਿਆ। ਤੇ ਉਹ ਜਦੋਂ ਕਾਉਂਸਲਰ ਬਣਨ ਤੋਂ ਬਾਅਦ ਇਹ ਜਿਹੜੀਆਂ ਸਰਗਰਮੀਆਂ ਹੁੰਦੀਆਂ, ਤੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਕੁਝ ਬੋਲਣ ਦੀ ਆਸ ਸੀ, ਪਹਿਲੇ 12 ਮਹੀਨਿਆਂ ਦੇ ਵਿੱਚ ਹੀ ਮੈਂ ਬਰਮਿੰਘਮ ਸਿਟੀ ਦਾ ਚੇਅਰਮੈਨ ਬਣ ਗਿਆ, ਜਿਹਦਾ ਮਤਲਬ ਜਾਂ ਮੰਤਰੀ ਕਹਿ ਲਓ ਜਾਂ ਪੰਜਾਬੀ ਦੇ ਤੌਰ ਤੇ ਕਹਿ ਲਓ। ਉਹ ਇਹ ਸੀਗਾ ਵੀ ਕਿਉਂਕਿ ਰੇਸਿਜ਼ਮ ਦੀ ਗੱਲ ਸੀਗੀ ਚੱਲਦੀ ਹੁੰਦੀ ਸੀ, ਉਹਨਾਂ ਨੇ ਇੱਕ ਕਮੇਟੀ ਹੀ ਕ੍ਰੀਏਟ ਕਰ ਦਿੱਤੀ ਜਿਹਦਾ ਮੈਨੂੰ ਪਹਿਲਾ ਚੇਅਰਮੈਨ ਬਣਾਤਾ, ਰੇਸ ਰਿਲੇਸ਼ਨਸ ਐਂਡ ਇਕੁਅਲ ਓਪਰਚੁਨਿਟੀ ਕਮੇਟੀ। ਤੇ ਉਹਦੀ ਜੇ ਮੈਂ ਥੋੜ੍ਹੀਆਂ ਗੱਲਾਂ ਉਹਦੀਆਂ ਦੱਸ ਦੇਵਾਂ ਤੇ ਜਿਹੜੀਆਂ ਅਚੀਵਮੈਂਟ ਸੀਗੀਆਂ, ਤੇ ਜਿੱਥੇ ਮੈਂ ਯੂਰਪ ਦੇ ਵਿੱਚ ਵੀ ਜਾ ਕੇ ਸਪੀਚਾਂ ਕਰਦਾ ਰਿਹਾ, ਕਾਲਜਾਂ ਦੇ ਵਿੱਚ ਵੀ ਸਪੀਚਾਂ ਕਰਦੇ ਆ ਔਨ ਦਾ ਰੇਸਿਜ਼ਮ। ਤੇ ਮੈਂ ਸ਼ਿੰਦਰਪਾਲ ਦੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਸੀਗੀ, ਉਹ ਮੈਂ ਇਹ ਕਿਹਾ ਸੀਗਾ ਕਿ ਕੋਈ ਵੀ ਡਿਪਾਰਟਮੈਂਟ ਜਿਹੜੀ ਆਪਣੀ ਰਿਪੋਰਟ ਲਿਖਦੀ ਆ, ਚਾਹੇ ਉਹ ਪਲੈਨਿੰਗ ਹੈ, ਚਾਹੇ ਉਹ ਹਾਊਸਿੰਗ ਹੈ, ਚਾਹੇ ਉਹ ਐਜੂਕੇਸ਼ਨ, ਉਹਦੇ ਹੇਠਾਂ ਇੱਕ ਪੈਰਾਗ੍ਰਾਫ ਜ਼ਰੂਰ ਲਿਖੇ ਵੀ ਇਸ ਰਿਪੋਰਟ ਦਾ ਐਥਨਿਕ ਮਾਈਨੋਰਿਟੀ ਦੇ ਉੱਤੇ ਅਸਰ ਕੀ ਆ। ਸੋ ਵਾਟ ਇੰਪਲੀਕੇਸ਼ਨ ਡਸ ਦਿਸ ਰਿਪੋਰਟ ਹੈਵ ਔਨ ਦੀ ਐਥਨਿਕ ਮਾਈਨੋਰਿਟੀਜ਼। ਔਰ ਇਹ ਮਤਲਬ ਪਹਿਲੀ ਵਾਰ ਇੰਗਲੈਂਡ ਦੇ ਕਿਸੇ ਸ਼ਹਿਰ ਦੇ ਵਿੱਚ ਹੋਈ ਹੈ ਵੀ ਕੋਈ ਵੀ ਚੀਫ ਜਿਹੜਾ ਰਿਪੋਰਟ ਲਿਖਦਾ ਸੀਗਾ ਉਹਦੇ ਤੇ ਇਹ ਹੋਵੇ। ਸੋ ਇਹ ਮੈਂ ਜਦੋਂ ਇਹਦਾ ਰਿਹਾ ਤੇ ਚੇਅਰਮੈਨ ਤੋਂ ਬਾਅਦ ਤੇ ਫਿਰ ਤਬਦੀਲੀ ਹੋ ਗਈ, ਮੈਂ ਲੈਜਰ ਸਰਵਿਸਿਜ਼ ਦਾ ਵਾਈਸ ਚੇਅਰਮੈਨ ਬਣ ਗਿਆ ਤੇ ਐਕਟਿੰਗ ਚੇਅਰਮੈਨ ਵੀ ਰਿਹਾ। ਤੇ 2 ਵਾਰੀ ਮੈਂ ਫਿਰ ਬਰਮਿੰਘਮ ਦਾ ਕਾਉਂਸਲਰ ਰਿਹਾ ਹੈਗਾ। ਤੇ ਫਿਰ ਦਿਮਾਗ 'ਚ ਫਤੂਰ ਬਣ ਗਿਆ ਕਿ ਮੈਂ ਜੀ MP ਬਣਨਾ। ਤੇ ਫਿਰ ਇੱਧਰੋਂ ਪਾਸਾ ਛੱਡ ਕੇ ਥੋੜ੍ਹਾ ਜਿਹਾ ਇਹ ਹੋ ਗਿਆ ਵੀ MP ਦੇ ਖਾਬ ਲੈਣੇ ਸ਼ੁਰੂ ਕਰ ਦਿੱਤੇ। ਤੇ ਜਿੱਦਾਂ ਕਹਿੰਦੇ ਵੀ ਦੌੜ ਦੇ ਵਿੱਚ ਤਾਂ ਮੈਂ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਸੀਗਾ। ਤੇ ਔਰ ਮੈਂ ਇਹ ਵੀ ਕਹਿ ਸਕਦਾ ਹੈਗਾ, ਇਹ ਜਾਂ ਮੈਨੂੰ ਕੋਈ ਇਹਦਾ ਹੰਕਾਰ ਨਹੀਂ, ਮਾਣ ਕਹਿ ਸਕਦਾ ਹੈਗਾ ਵੀ ਮੇਰੇ ਤੋਂ ਸੇਧ ਲੈ ਕੇ ਬਹੁਤ ਸਾਰੇ ਲੋਕ ਕਾਉਂਸਲਰ ਬਣੇ, ਮੇਰੇ ਤੋਂ ਸੇਧ ਲੈ ਕੇ। ਹੋਰ ਕਿੰਨਾ ਹੈਗਾ ਕਿ ਜੇ ਕਹਿ ਦਈਏ ਵੀ ਫਾਊਂਡੇਸ਼ਨ ਸਟੋਨ ਰੱਖਣ ਵਾਲਿਆਂ ਦੇ ਵਿੱਚੋਂ ਤੇ ਮੈਂ ਇੱਕ ਪਹਿਲਿਆਂ ਦੇ ਵਿੱਚੋਂ ਹਾਂ।
ਜਿਨ੍ਹਾਂ ਦੇ ਅਸੀਂ ਠੀਕ ਇਹ ਹੈ ਕੰਮ ਜਾਣੀ ਕੀ। ਠੀਕ ਹੈ ਜੀ ਬਾਲਵਾ ਜੀ, ਇਹ ਤੁਹਾਡਾ ਬਹੁਤ ਹੀ ਇੱਕ ਰੌਚਕ ਤੁਹਾਡੀ ਸ਼ੁਰੂਆਤ ਸੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੱਕ ਬੜਾ ਅਹਿਮ ਜਿਹੜਾ ਪਦ ਸੀਗਾ, ਖਾਸ ਤੌਰ ਤੇ ਉਸ ਵੇਲੇ ਨਸਲੀ ਵਿਤਕੇ ਦਾ ਜਿਹੜਾ ਕਿ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਸੀਗਾ, ਉਹਦੀ ਸਾਨੂੰ ਜਾਣਕਾਰੀ ਦਿੱਤੀ। ਤੇ ਅਗਲੇ ਐਪੀਸੋਡ ਦੇ ਵਿੱਚ ਤੁਹਾਡੀ ਜਿਹੜੀ ਉਸ ਤੋਂ ਜਿਹੜੀ ਅਗਲੀ ਕਾਰਵਾਈ ਹੈ MP ਦੀ ਜਿਹੜੀ ਤੁਸੀਂ ਇਲੈਕਸ਼ਨ ਲੜੀ ਉਹਦੇ ਬਾਰੇ ਫਿਰ ਗੱਲ ਕਰਾਂਗੇ। ਅੱਜ ਇੱਥੇ ਆਪ ਜੀ ਤੋਂ ਆਗਿਆ ਚਾਹੁੰਦੇ ਆ, ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹਾਂ, ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇਹ ਸਨ ਸਰਦੂਲ ਸਿੰਘ ਜੀ ਬਾਵਾ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਪੰਜਾਬੀ ਆ ਪੰਜਾਬ ਤੋਂ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਸਾਰੇ ਵੱਖਰੇ ਵੱਖਰੇ ਵਰਗਾਂ ਦੇ ਵਿੱਚ, ਕਿੱਤਿਆਂ ਦੇ ਵਿੱਚ ਜਾਂ ਪਦਵੀਆਂ ਦੇ ਉੱਤੇ ਇਸ ਵੇਲੇ ਸੁਸ਼ੋਭਿਤ ਨੇ, ਆਪਣਾ ਨਾਮ ਖੱਟਿਆ ਹੈ। ਆਪਣਾ ਤਾਂ ਨਾਮ ਖੱਟਣਾ ਹੀ ਆ, ਆਪਣੇ ਪਿੰਡਾਂ ਦਾ, ਆਪਣੇ ਇਲਾਕੇ ਦਾ, ਤੇ ਸਾਰੀ ਪੰਜਾਬੀ ਕੌਮ ਦਾ ਵੀ ਉਹਨਾਂ ਨੇ ਨਾਮਣਾ ਖੱਟਿਆ ਹੈ। ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੀ। ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮੀਆਂ ਕਾਫੀ ਭਖੀਆਂ ਹੋਈਆਂ ਨੇ, ਔਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਬੜੇ ਲੰਮੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਸੀ, ਜਿਹੜੀ ਭਾਰਤ ਦੀ ਸਰਕਾਰ ਹੈਗੀ ਆ ਉਹ ਇੱਕ ਸਮਾਨ ਜਾਂ ਇਕਸਾਰ ਕਾਨੂੰਨ ਜਾਂ ਨਾਗਰਿਕਤਾ ਬਿੱਲ ਲਿਆਉਣਾ ਚਾਹੁੰਦੀ ਹੈ। ਤੇ ਉਹ ਜਿਹੜੀ ਨਾਗਰਿਕਤਾ ਹੈ ਉਸ ਨੂੰ ਲੈ ਕੇ ਜਿਹੜੀ ਸਿਆਸਤ ਹੈ ਕਾਫੀ ਭਖ ਚੁੱਕੀ ਆ। ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਭਾਜਪਾ ਪਾਰਟੀ ਦੀਆਂ, ਉਹ ਇਹੀ ਕਹਿ ਰਹੀਆਂ ਨੇ ਇੱਕ 2024 ਦੀਆਂ ਚੋਣਾਂ ਜਿੱਤਣ ਵਾਸਤੇ ਇੱਕ ਸ਼ੋਸ਼ਾ ਹੈ, ਇੱਕ ਛੜਯੰਤਰ ਰਚਿਆ ਜਾ ਰਿਹਾ ਹੈ ਕਿ ਜਿਹੜੀ ਭਾਜਪਾ ਸਰਕਾਰ ਹੈ ਉਹ ਸਾਰੇ ਨਾਗਰਿਕਾਂ ਨੂੰ ਇੱਕ ਸਮਾਨ ਕਰਨਾ ਚਾਹੁੰਦੀ ਹੈ। ਉਹ ਮੁੱਦਾ ਹੈ ਕਿ ਉਹਦੇ ਬਾਰੇ ਤੁਹਾਨੂੰ ਅਸੀਂ ਕੋਈ ਤਸਵੀਰਾਂ ਵੀ ਦਿਖਾ ਰਹੇ ਹੈਗੇ ਆ। ਯੂਨੀਕੋਡ ਸਿਵਲ ਕੋਡ ਦਾ ਉਸਨੂੰ ਨਾਮ ਦਿੱਤਾ ਗਿਆ ਹੈ, ਜਿਸ ਦੇ ਉੱਤੇ ਸਾਡੇ ਐਡਵੋਕੇਟ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ, ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਕਿਹਾ ਕਿ ਖਾਲਸੇ ਉੱਤੇ ਕੋਈ ਵੀ ਜਿਹੜਾ ਕੋਡ ਹੈ ਉਹ ਲਾਗੂ ਨਹੀਂ ਹੁੰਦਾ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਸ ਤੋਂ ਬਾਅਦ ਕੇਜਰੀਵਾਲ ਨੇ ਪਹਿਲਾਂ ਕਿ ਹਮਾਇਤ ਦੇ ਦਿੱਤੀ ਸੀ, ਪਰ ਹੁਣ ਭਗਵੰਤ ਮਾਨ ਨੇ ਇਹਦੇ ਉੱਤੇ ਸਵਾਲ ਉੱਠੇ ਨੇ। ਇਹਨਾਂ ਸਾਰੀਆਂ ਗੱਲਾਂ ਦਾ ਵਿਸਤਾਰ ਜਾਣਨ ਵਾਸਤੇ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਕਾਲੀ ਤੇ ਭਾਜਪਾ ਦੀ ਜਿਹੜੀ ਗੱਠਜੋੜ ਆ, ਸੰਧੀ, ਉਹਨਾਂ ਦੀ ਜੱਫੀ ਪੈ ਸਕਦੀ ਹੈ ਕਿ ਨਹੀਂ ਮੁੜ ਕੇ, ਉਹਦੇ ਬਾਰੇ ਵਿਚਾਰਾਂ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਉਜਾਗਰ ਸਿੰਘ ਜੀ, ਪਟਿਆਲਾ ਤੋਂ, ਪੰਜਾਬ ਤੋਂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਦੋ ਤਿੰਨ ਬੜੇ ਭਖਵੇਂ ਇਸ ਵੇਲੇ ਮੁੱਦੇ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਹਿ ਸਕਦੇ ਹਾਂ। ਤੁਸੀਂ ਦੱਸੋ ਕਿ ਇਹ ਜਿਹੜਾ ਇਕਸਾਰ ਨਾਗਰਿਕ ਜ਼ਾਬਤਾ ਹੈ, ਇਹਨੂੰ ਲੈ ਕੇ ਜਿਹੜੀ ਸਿਆਸਤ ਭਖੀ ਹੈ, ਉਹਦੇ ਬਾਰੇ ਇਸ ਵੇਲੇ ਕੀ ਰਾਏ ਹੈ ਲੋਕਾਂ ਦੇ ਵਿੱਚ, ਜਾਂ ਕਿਹੋ ਜਿਹੀ ਸਿਆਸਤ ਹੋ ਰਹੀ ਹੈ ਇਸ ਵਿਸ਼ੇ ਨੂੰ ਲੈ ਕੇ? ਉਜਾਗਰ ਸਿੰਘ ਜੀ। ਸ਼ਿੰਦਰਪਾਲ ਜੀ, ਜਿਹੜਾ ਭਾਰਤੀ ਜਨਤਾ ਪਾਰਟੀ ਹੈ ਉਹਦੇ ਬਾਰੇ ਇੱਕ ਬਹੁਤ ਹੀ ਗੱਲ ਸਪਸ਼ਟ ਹੈ ਇੰਡੀਆ ਦੇ ਵਿੱਚ ਹੀ, ਕਿ ਜੋ ਉਹ ਸ਼ੋਸ਼ੇ ਛੱਡਦੀ ਹੈ, ਜੋ ਉਹਨਾਂ ਨੂੰ ਫੈਸਲਿਆਂ ਦੇ ਵਿੱਚ ਬਦਲਦੀ ਹੈ, ਉਹਨਾਂ ਨੂੰ ਕਾਨੂੰਨ ਬਣਾਉਂਦੀ ਆ, ਉਹ ਪਹਿਲਾਂ ਸ਼ੋਸ਼ਾ ਛੱਡ ਕੇ ਇਹ ਦੇਖਦੀ ਆ ਵੀ ਲੋਕਾਂ ਦਾ ਕੀ ਰਿਐਕਸ਼ਨ ਹੈ। ਪਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਵੀ ਉਹ ਰਿਐਕਸ਼ਨ ਚਾਹੇ ਕੋਈ ਹੋਵੇ, ਉਹ ਆਪਣਾ ਲਾਗੂ ਕਰ ਦਿੰਦੇ ਨੇ। ਪਰ ਮੈਂ ਇਹ ਮਤਲਬ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ, ਵੈਸੇ ਤਾਂ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਕੀ ਗੱਲ ਹੁੰਦੀ ਹੈ ਸਿੰਦਰਪਾਲ ਜੀ, ਪਰ ਮੈਨੂੰ ਪੱਕਾ ਯਕੀਨ ਹੈ ਕਿ ਇਹਨਾਂ ਨੇ ਇਹ ਜਿਹੜਾ ਹੈ ਸ਼ੋਸ਼ਾ ਛੱਡਿਆ, ਇਸ ਨੂੰ ਜ਼ਰੂਰ ਕਾਨੂੰਨ ਬਣਾ ਦੇਣਾ, ਕਿਉਂਕਿ ਇਹਨਾਂ ਨੇ ਅਗਲੀਆਂ ਇਲੈਕਸ਼ਨਾਂ ਕਿਸੇ ਮੁੱਦੇ ਤੇ ਲੜਨੀਆਂ ਨੇ। ਇਹ ਮੁੱਦਾ ਬਣਾਉਂਦਾ ਜਦ ਇੱਕ ਸਮਾਨ ਕਰ ਦੇਣਗੇ ਨਾ ਇਹ ਸਾਰਿਆਂ ਦਾ, ਫਿਰ ਜਿਹੜੇ ਐਥਨਿਕ ਲੋਕ ਨੇ, ਵੱਖ-ਵੱਖ ਧਰਮਾਂ ਦੇ ਲੋਕ ਨੇ, ਦੇਖੋ ਭਾਰਤ ਨੂੰ ਇੱਕ ਕਿਹਾ ਜਾਂਦਾ ਵੀ ਇਹ ਡਿਫਰੈਂਟ ਕਰੀਡ, ਕਲਰ ਤੇ ਮਿਨੋਰਟੀ ਦਾ ਇੱਕ ਗੁਲਦਸਤਾ ਹੈ। ਸਾਡੇ ਕਨਸਟੀਟਿਊਸ਼ਨ 'ਚ ਸਾਰਿਆਂ ਨੂੰ ਡਿਫਰੈਂਟ, ਸਾਰਿਆਂ ਨੂੰ ਅਧਿਕਾਰ ਨੇ ਆਪੋ ਆਪਣੇ ਧਰਮਾਂ ਮੁਤਾਬਕ। ਤੇ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜੇ ਇਹ ਲਾਗੂ ਕਰਨਾ ਹੋਵੇ ਤਾਂ ਪਹਿਲਾਂ ਉਹਨਾਂ ਲੋਕਾਂ ਤੋਂ ਪੁੱਛਣਾ ਜ਼ਰੂਰੀ ਹੈ, ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇ ਤੇ ਫਿਰ ਕੀਤਾ ਜਾਵੇ। ਇਸ ਟਾਈਮ ਇੰਡੀਆ ਦੇ ਵਿੱਚ ਨਾ ਜਿਹੜੀ ਬਹੁਤ ਜ਼ਿਆਦਾ ਜਿਹੜੀ ਸਿਆਸਤ ਹੈ ਉਹ ਭਖੀ ਹੋਈ ਹੈ। ਹਰ ਸਿਆਸੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਪ ਵਾਲੇ ਨੇ, ਇਹ ਤਿੰਨੋਂ ਪਾਰਟੀਆਂ ਪੰਜਾਬ ਦੇ ਵਿੱਚ ਮੇਜਰ ਪਾਰਟੀਆਂ ਨੇ, ਇਹ ਤਿੰਨੋਂ ਨੇ ਜਿਹੜੀਆਂ ਇਸ ਦੇ ਖਿਲਾਫ ਬੋਲ ਰਹੀਆਂ ਨੇ। ਪਰ ਇਹਨਾਂ ਦਾ ਖਿਲਾਫ ਬੋਲਣ ਦਾ ਢੰਗ ਤਿੰਨਾਂ ਦਾ ਤਕਰੀਬਨ ਇੱਕੋ ਹੀ ਹੈ। ਉਹ ਇਹ ਕਹਿ ਰਹੇ ਨੇ ਵੀ ਇਹ ਯੂਨੀਫਾਰਮ ਸਿਵਲ ਕੋਡ ਆ, ਜਿਹੜਾ ਕਹਿੰਦੇ ਨੇ ਜੇ ਇਹ ਲਾਗੂ ਕਰਨਾ, ਇੱਕ ਨਾਗਰਿਕ ਕਾਨੂੰਨ ਲਾਗੂ ਕਰਨਾ ਹੈ ਤਾਂ ਲੋਕਾਂ ਤੋਂ ਪੁੱਛਿਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਸਿੱਖ ਮਿਨੋਰਟੀਜ਼ ਨੇ, ਇੱਥੇ ਕ੍ਰਿਸਚੀਅਨ ਵੀ ਰਹਿੰਦੇ ਨੇ, ਇੱਥੇ ਮੁਸਲਿਮ ਵੀ ਰਹਿੰਦੇ ਨੇ, ਤੇ ਸਾਰੇ ਲੋਕ
ਮੁੱਢਲੇ ਤੌਰ ਤੇ ਇਸ ਦਾ ਵਿਰੋਧ ਕਰ ਰਹੇ ਨੇ। ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ, ਇਹ ਆਪਣੀ ਜਿਵੇਂ ਕਹਿੰਦੇ ਨੇ ਸਕਿਨ ਵੀ ਬਚਾਉਂਦੀਆਂ ਨੇ, ਇਹ ਵੀ ਡਰਦੀਆਂ ਨੇ ਵੀ ਕਿਤੇ ਹਿੰਦੂ ਸਾਡੇ ਤੋਂ ਖਿਲਾਫ ਨਾ ਹੋ ਜਾਣ। ਇਹ ਇਸੇ ਤਰੀਕੇ ਨਾਲ ਬੜੇ ਸੋਚ ਸਮਝ ਕੇ ਅਕਾਲੀ ਦਲ ਨੇ ਵੀ ਇਹ ਕਿਹਾ ਕਿ ਪਹਿਲਾਂ ਪੁੱਛਣਾ ਚਾਹੀਦਾ ਨਾਗਰਿਕਾਂ ਨੂੰ, ਕਾਂਗਰਸ ਨੇ ਵੀ ਇਹੀ ਕਿਹਾ, ਆਪ ਵਾਲਿਆਂ ਨੇ ਵੀ ਇਹੀ ਕਿਹਾ। ਬੇਸਿਕਲੀ ਮੁੱਢਲੇ ਤੌਰ ਤੇ ਚਾਹੁੰਦੇ ਇਹ ਕੋਈ ਨਹੀਂ, ਪਰ ਹਰ ਇੱਕ ਸਿਆਸੀ ਪਾਰਟੀ ਦੀ ਜਿਹੜੀ ਵੋਟ ਬੈਂਕ ਹੈ ਨਾ, ਉਸ ਤੇ ਅੱਖ ਹੈ ਇਹਨਾਂ ਦੀ ਸਾਰੀ। ਇਸ ਕਰਕੇ ਇਹ ਸਾਰੇ ਇਹ ਗੋਂਗਲੂਆਂ ਤੇ ਮਿੱਟੀ ਝਾੜ ਰਹੇ ਨੇ। ਐਕਚੁਅਲੀ ਸਾਰੇ ਵਿਰੁੱਧ ਨੇ, ਪਰ ਬਚਾ ਕੇ ਝਾੜ ਰਹੇ ਨੇ ਕਿ ਕੋਈ ਸਾਡੇ ਤੇ ਇਲਜ਼ਾਮ ਨਾ ਲੱਗ ਜਾਵੇ। ਹਾਂਜੀ, ਕੀ ਕਹਿਣ ਲੱਗੇ ਸੀ? ਜਿਹੜੀ ਇਹਨੂੰ ਜਿਹੜੀਆਂ ਸਿੱਖ ਸਭਾ ਨੇ ਜਾਂ ਸਿੱਖ ਜਿਹੜੀ ਲੀਡਰਸ਼ਿਪ ਹੈਗੀ ਆ, ਇਹਨੂੰ ਉਹ ਸਿੱਖੀ ਦੇ ਵਿੱਚ ਜਾਂ ਉਹ ਧਰਮ ਦੇ ਵਿੱਚ ਦਖਲਅੰਦਾਜ਼ੀ ਸਮਝ ਰਹੀ ਆ। ਤੁਸੀਂ ਦੱਸੋ ਕਿ ਦਖਲਅੰਦਾਜ਼ੀ ਕਿਸ ਐਂਗਲ ਤੋਂ, ਕਿਸ ਦ੍ਰਿਸ਼ਟੀਕੋਣ ਤੋਂ ਹੋਣ ਜਾ ਰਹੀ ਆ? ਦੇਖੋ, ਐਕਚੁਅਲੀ ਤਾਂ ਜਦੋਂ ਕੋਈ ਬਿੱਲ ਆਉਂਦਾ, ਉਸ ਬਿੱਲ ਆਉਣ ਤੋਂ ਬਾਅਦ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਕੀ ਧਾਰਾਵਾਂ ਰੱਖੀਆਂ ਨੇ, ਕੀ ਰੱਖਿਆ। ਹੁਣ ਬਿੱਲ ਤਾਂ ਕੋਈ ਸਾਹਮਣੇ ਨਹੀਂ ਆ। ਮੈਂ ਜਦੋਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਤਾਂ ਭਾਰਤੀ ਜਨਤਾ ਪਾਰਟੀ ਨੇ ਸ਼ੋਸ਼ਾ ਛੱਡਤਾ। ਹੁਣ ਇਹਦੇ ਤੋਂ ਤੁਸੀਂ ਆਪੋ ਆਪਣੇ ਹਿਸਾਬ ਨਾਲ ਬੋਲੀ ਜਾਓ। ਉਹ ਇਹ ਬਿੱਲ ਦੇ ਵਿੱਚ ਕੀ ਪਾਉਂਦੇ ਨੇ, ਕੀ ਨਹੀਂ ਪਾਉਂਦੇ, ਇਹ ਤਾਂ ਸਾਨੂੰ ਅਜੇ ਪਤਾ ਹੀ ਨਹੀਂ। ਪਰ ਇੱਕ ਗੱਲ ਜ਼ਰੂਰ ਜਿਹੜਾ ਹੰਦੇਸ਼ਾ ਸਾਰਿਆਂ ਨੂੰ ਹੈਗਾ ਵੀ ਮਿਨੋਰਟੀਜ਼ ਨੂੰ ਜਿਹੜਾ ਨਾ ਇਸ ਗੱਲ ਦਾ ਨੁਕਸਾਨ ਹੋਏਗਾ, ਕਿਉਂਕਿ ਜੇ ਸਾਡੀ ਆਇਡੈਂਟੀਟੀ ਤੇ ਕੋਈ ਕਿਸੇ ਕਿਸਮ ਦਾ ਪ੍ਰਸ਼ਨ ਚਿੰਨ੍ਹ ਲੱਗਦਾ, ਅਸੀਂ ਤਾਂ ਪਹਿਲਾਂ ਹੀ ਸੰਵਿਧਾਨ ਦੀ ਧਾਰਾ 25 ਨੂੰ ਬਦਲ ਤੇ ਰੌਲਾ ਸਿੱਖ ਦਾ ਰੌਲਾ ਪਾ ਰਹੇ ਨੇ। ਅਸੀਂ ਕਿੰਨੀ ਦੇਰ ਦੇ ਲੱਗੇ ਹੋਏ ਨੇ। ਭਾਵੇਂ ਇਹਦੇ ਬਾਰੇ ਕਮਿਸ਼ਨ ਵੀ ਬਣੇ, ਉਹ ਕਮਿਸ਼ਨਰਾਂ ਨੇ ਵੀ ਇਹ ਗੱਲ ਕਹੀ ਵੀ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ। ਸਾਨੂੰ ਤਾਂ ਪਹਿਲਾਂ ਹੀ ਹਿੰਦੂ ਦੇ ਐਕਟ ਦੇ ਅਧੀਨ ਰੱਖਿਆ ਹੋਇਆ। ਈਵਨ ਸਾਡਾ ਜਿਹੜਾ ਆਨੰਦ ਮੈਰਿਜ ਐਕਟ ਹੈ, ਉਹ ਤਾਂ ਐਕਟ ਬਣ ਗਿਆ ਵੀ ਕਹਿੰਦੇ ਨੇ ਉਸ ਮੁਤਾਬਕ ਕਰ, ਪਰ ਅਸੀਂ ਆਉਂਦੇ ਤਾਂ ਹਿੰਦੂ ਮੈਰਿਜ ਐਕਟ ਦੇ ਅਧੀਨ ਆ। ਅਸੀਂ ਤਾਂ ਉਹਨੂੰ ਹਟਾਉਣ ਲਈ ਪਿਆ, ਸਾਡੇ ਤੇ ਹੋਰ ਥੋਪ ਰਹੇ ਨੇ। ਇਹ ਤਾਂ ਸਾਰੀਆਂ ਮਿਨੋਰਟੀਜ਼ ਇਹ ਤਾਂ ਬਹੁਤ ਇਸ ਗੱਲ ਤੋਂ ਦੁਖੀ ਨੇ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹ ਗੱਲ ਦਾ ਜਵਾਬ ਅਸੀਂ ਕਿਵੇਂ ਦੇ ਸਕਦੇ ਜੇ ਸਾਡੇ ਕੋਲ ਬਿੱਲ ਹੀ ਨਹੀਂ ਆਇਆ, ਉਹਦੇ ਵਿੱਚ ਕੀ ਐਕਟ ਪਾਇਆ, ਕੀ ਗੱਲ ਪਾਈ। ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਇਸ ਗੱਲ। ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਕਿ ਹਲੇ ਸਾਨੂੰ ਕੁਝ ਦਿਸ ਨਹੀਂ ਰਿਹਾ ਹੈਗਾ ਕਿ ਕੀ ਹੈਗਾ ਕਾਨੂੰਨ ਦੇ ਵਿੱਚ, ਕੀ ਹੋਵੇਗਾ। ਪਰ ਮੁੱਦਾ ਇਹ ਵੀ ਹੈਗਾ, ਸਵਾਲ ਇਹ ਵੀ ਹੈਗਾ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਮੁਖੀ ਨੇ, ਉਹਨਾਂ ਨੇ ਬਿਨਾਂ ਸੋਚੇ ਸਮਝੇ ਇਸ ਬਿੱਲ ਨੂੰ ਜਾਂ ਇਸ ਕਾਨੂੰਨ ਨੂੰ ਜਾਂ ਇਸ ਕੋਡ ਨੂੰ ਹਮਾਇਤ ਦੇਣ ਦਾ ਐਲਾਨ ਕਰਤਾ। ਤੇ ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਸਵਾਲ ਉਠਾਏ ਨੇ ਕਿ ਇਹ ਲਾਗੂ ਹੋਣ ਦਾ ਕੋਈ ਮੁੱਦਾ ਨਹੀਂ ਬਣ ਸਕਦਾ ਹੈਗਾ। ਤੁਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਕਸ਼ਮਕਸ਼ ਹੋਵੇਗੀ ਇਸ ਮੁੱਦੇ ਨੂੰ ਲੈ ਕੇ, ਉਹਨੂੰ ਕਿਸ ਅੱਖ ਨਾਲ ਦੇਖ ਰਹੇ ਆ? ਦੇਖੋ ਜੀ, ਬੇਸਿਕਲੀ ਤਾਂ ਸਿੰਦਰਪਾਲ ਜੀ, ਜਿਹੜੀ ਆਮ ਆਦਮੀ ਪਾਰਟੀ ਹੈ, ਇਹਦੇ ਤੇ ਇਲਜ਼ਾਮ ਲੱਗਦਾ ਵੀ RSS ਜਾਂ ਭਾਜਪਾ ਦੀ ਬੀ ਪਾਰਟ ਹੈਗੀ। ਇਹ ਤਾਂ ਹੁਣ ਸਾਬਤ ਹੋ ਰਿਹਾ। ਤੁਸੀਂ ਜਦ ਦਿੱਲੀ ਦੇ ਵਿੱਚ ਮੁਸਲਮਾਨ ਇੰਨੇ ਇਕੱਠੇ ਹੋਏ ਸੀ, ਉਹਨਾਂ ਦੀ ਕੁੱਟਮਾਰ ਹੋ ਰਹੀ, ਉਹਨਾਂ ਕੁੱਟ ਕੇ ਉਹਨਾਂ ਨੂੰ ਉੱਥੋਂ ਕੱਢਤਾ, ਬਿਠਾਲਤਾ, ਉਦੋਂ ਕੇਜਰੀਵਾਲ ਨਾਲ ਬੋਲਿਆ। ਕੇਜਰੀਵਾਲ ਤਾਂ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਜੋ ਪਾਲਿਸੀਆਂ ਆਉਂਦੀਆਂ ਨੇ, ਜੋ ਕਾਨੂੰਨ ਆਉਂਦਾ, ਉਹਦਾ ਉਹ ਮਤਲਬ ਸਵਾਗਤ ਕਰਦਾ, ਉਹਦਾ ਸਪੋਰਟ ਕਰਦਾ। ਤੁਸੀਂ ਧਾਰਾ 370 ਦਾ ਦੇਖ ਲਓ। ਜਦੋਂ JNK ਦੇ ਵਿੱਚ ਧਾਰਾ 370 ਖਤਮ ਕੀਤੀ, ਇਹ ਕੇਜਰੀਵਾਲ ਆ ਜਿਹਨੇ ਉਹਦੀ ਸਪੋਰਟ ਕੀਤੀ ਸੀ। ਸੌਰੀ, ਉਹ ਤੇ ਮੈਂ ਹੁਣ ਤੁਹਾਡੇ ਵੱਲ ਅਸੀਂ ਆਵਾਂਗਾ। ਅਗਲਾ ਜਿਹੜਾ ਆਪਾਂ ਇੱਦਾਂ ਕਰਦੇ ਆ, ਇਹਦੇ ਵਿੱਚ ਜਿਹੜਾ ਤੁਸੀਂ ਇਹ ਬੜਾ ਵਧੀਆ ਸਵਾਲ ਉਠਾਇਆ, ਆਪਾਂ ਅਗਲੇ ਵਿਸ਼ੇ ਵੱਲ ਚੱਲ ਜਾਂਦੇ ਆ। ਥੋੜੀ ਜਿਹੀ ਆਪਣੀ ਗੱਲ ਹੋ ਗਈ ਹੈ ਕਰਕੇ ਹਲੇ ਇਹ ਕਾਨੂੰਨ ਇਹਦੇ ਬਾਰੇ ਪਤਾ ਨਹੀਂ ਹੈਗਾ ਕੀ ਹੋਵੇਗਾ। ਦੂਜਾ ਜਿਹੜਾ ਹੈਗਾ ਹੁਣ ਇਹਦੇ ਬਾਰੇ ਮੈਨੂੰ ਇੱਕ ਗੱਲ ਕਹਿ ਲੈਣ ਦਿਓ ਜੀ ਸਿੰਦਰਪਾਲ ਜੀ। ਇਹ ਕੇਜਰੀਵਾਲ ਆ ਨਾ ਜਿਹੜਾ, ਇਹ ਬਹੁਤ ਸ਼ਾਤਰ ਕਿਸਮ ਦਾ ਸਿਆਸਤਦਾਨ। ਹੁਣ ਇਸ ਨੇ ਸਭ ਤੋਂ ਪਹਿਲਾਂ ਤੱਤ ਭੜਤੀ ਦੇ ਵਿੱਚ ਪੰਜਾਬ ਦੇ MP ਤੋਂ ਬਿਆਨ ਦਵਾਇਆ, ਜਿਹੜਾ ਆਪ ਦੀ ਆਰਗੇਨਾਈਜੇਸ਼ਨ ਦਾ ਮਤਲਬ ਹੈਗਾ ਇੰਚਾਰਜ। ਆਰਗੇਨਾਈਜੇਸ਼ਨ ਦੇ ਇੰਚਾਰਜ ਦਾ ਇਹ ਬਿਆਨ ਦੇਣ ਦਾ ਮਤਲਬ ਹੈ ਕੋਈ ਨਹੀਂ। ਫਿਰ ਉਹ ਪੰਜਾਬ ਤੋਂ MP ਆ, ਉਹਨੂੰ ਪਤਾ ਨਹੀਂ ਵੀ ਪੰਜਾਬ ਦੇ ਵਿੱਚ ਕੀ ਹੋਏਗਾ। ਇਹ ਉਹਨੇ ਜਾਣ ਬੁੱਝ ਕੇ ਕਰਾਇਆ। ਇਹ ਹੁਣ ਇੱਕ ਕਿਸਮ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿੱਚ ਇੱਕ ਕਿਸਮ ਦੀ ਟਸਲ ਪੈਦਾ ਹੋਏਗੀ, ਕਿਉਂਕਿ ਭਗਵੰਤ ਮਾਨ, ਮੈਂ ਮਹਿਸੂਸ ਕਰਦਾ, ਉਹ ਇਸ ਨੂੰ ਕਦੇ ਵੀ ਵੈਲਕਮ ਨਹੀਂ ਕਰੇਗਾ, ਹਮੇਸ਼ਾ ਇਹਦਾ ਵਿਰੋਧ ਕਰੇਗਾ, ਕਿਉਂਕਿ ਉਹਨੇ ਪੰਜਾਬ ਦੇ ਵਿੱਚ ਵੋਟਾਂ ਲੈਣੀਆਂ ਨੇ। ਅਗਲੇ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ। ਕੇਜਰੀਵਾਲ ਆਲ ਇੰਡੀਆ ਲੈਵਲ ਤੇ ਦੇਖਦਾ, ਭਗਵੰਤ ਮਾਨ ਪੰਜਾਬ ਦੀ ਗੱਲ ਦੇਖਦਾ।
ਇਹ ਦੋਨਾਂ 'ਚ ਇਹ ਕਨਫਲਿਕਟ ਹੈ। ਹਾਂਜੀ, ਹੁਣ ਤੁਸੀਂ ਦੱਸੋ ਕੀ ਕਹਿਣ ਲੱਗੇ ਸੀ। ਹਾਂ, ਨਹੀਂ ਅਗਲੀ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਗੱਲ ਕੀਤੀ ਆ ਜਿਹੜੀ ਭਾਜਪਾ ਦੀ ਗੱਲ ਕਰਦੇ ਆ ਕਿ ਭਾਜਪਾ ਜੋ ਕਹਿੰਦੀ ਆ ਉਹ ਕਰਦੀ ਆ, ਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੁਰੀ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਅਸੀਂ ਕਦੇ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ। ਤਰੁਣ ਚੁੱਘ ਜੀ ਇਹਦੇ ਬਾਰੇ, ਅਸ਼ਵਨੀ ਜੀ ਇਹਦੇ ਬਾਰੇ ਗੱਲ ਕਰ ਚੁੱਕੇ ਨੇ, ਸੁਨੀਲ ਜਾਖੜ ਜੀ ਜਿਹੜੇ ਕਿ ਇਸ ਵੇਲੇ ਨਵੇਂ ਪ੍ਰਧਾਨ ਬਣੇਗੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਔਰ ਇਹ ਦੇਖਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਭਾਜਪਾ ਦਾ ਕਹਿੰਦੇ ਕਦੇ ਵੀ ਗੱਠਜੋੜ ਨਹੀਂ ਹੋਵੇਗਾ, ਪਰ ਹੁਣ ਸੰਭਾਵਨਾਵਾਂ ਇਹ ਬਣਦੀਆਂ ਆ ਰਹੀਆਂ ਨੇ। ਅਸੀਂ ਆਪ ਹਰਦੀਪ ਪੁਰੀ ਜੀ ਦਾ ਬਿਆਨ ਅਸੀਂ ਦੇਖਦੇ ਹਾਂ ਕਿ ਹਲੇ ਥੋੜਾ ਚਿਰ ਹੋਇਆ, ਪਿਛਲੇ ਮਹੀਨੇ ਦੀ ਗੱਲ ਹੈਗੀ ਆ। ਇਸ ਤੋਂ ਪਹਿਲਾਂ ਹੀ ਬਹੁਤ ਸਾਰੇ ਬਿਆਨ ਆ ਚੁੱਕੇ ਆ ਕਿ ਅਸੀਂ ਅਕਾਲੀਆਂ ਦੇ ਨਾਲ ਯਾਰੀ ਪਾ ਕੇ ਧੋਖਾ ਖਾਦਾ, ਨੁਕਸਾਨ ਕਰਾਇਆ, ਤੇ ਕਦੇ ਵੀ ਗੱਠਜੋੜ ਨਹੀਂ ਹੋਵੇਗਾ। ਹੁਣ ਤੁਹਾਨੂੰ ਕੀ ਲੱਗਦਾ ਸੰਭਾਵਨਾਵਾਂ ਕਿ ਜਿਹੜੀਆਂ 2024 ਦੀਆਂ ਚੋਣਾਂ ਦੇ ਦੌਰਾਨ ਇਹਦੇ ਵਿੱਚ ਕੋਈ ਸੰਭਾਵਨਾ ਹੈ ਕਿ ਇਹਨਾਂ ਦੀ ਮੁੜ ਕੇ ਇਕਮਿਕਤਾ ਹੋ ਸਕੇ? ਜੀ ਇੰਦਰਪਾਲ ਜੀ, ਇਹਦੇ ਵਿੱਚ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸਮਝੌਤਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੇਖੋ, ਸਿਆਸਤ ਹੈ, ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਇਹ ਤੁਸੀਂ ਇਹ ਕਦੇ ਨਹੀਂ ਕਹਿ ਸਕਦੇ ਵੀ ਕੋਈ ਗੱਲ ਵੀ ਮੈਂ ਜੇ ਇਹ ਕਹਿ ਦੇਵਾਂ ਵੀ ਆਹ ਹੋਵੇਗਾ। ਸਿਆਸਤ ਦੇ ਵਿੱਚ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਸਿਆਸਤ ਹੈ ਉਹ ਸਮੇਂ ਦੀ ਨਜ਼ਾਕਤ ਮੁਤਾਬਕ, ਉਹ ਵੋਟਰਾਂ ਦੀ ਮਤਲਬ ਝੁਕਾਅ ਮੁਤਾਬਕ ਉਸ ਤਰ੍ਹਾਂ ਗੱਲ ਕਰਦੀ ਹੁੰਦੀ ਹੈ। ਉਹਨਾਂ ਨੇ ਜਿੱਤਣ ਦੀ ਗੱਲ ਕਰਨੀ ਹੁੰਦੀ ਹੈ। ਦੂਜੀ ਗੱਲ ਆ, ਜਿਹੜੇ ਬਿਆਨ ਨੇ, ਇਹ ਬਿਆਨ ਤਾਂ ਕੁਛ ਹੋਰ ਹੁੰਦੇ ਨੇ, ਬਿਆਨ ਦੇ ਜਿਹੜਾ ਪਿੱਛੇ ਹੁੰਦਾ ਉਹ ਕੁਛ ਹੋਰ ਹੁੰਦਾ। ਐਕਚੁਅਲੀ ਬਿਆਨਾਂ ਦਾ ਕੋਈ ਮਤਲਬ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੁੰਦੀ। ਇਹ ਬਿਆਨ ਤਾਂ ਸਿਰਫ ਮੈਂ ਸਮਝਦਾ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੁੰਦੇ ਨੇ। ਉਹ ਜਿਹੜਾ ਬਿਆਨ ਉਹਨੇ ਦਿੱਤਾ ਸੀ, ਉਹ ਦੇਣ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਇਹ ਆਪਣਾ ਜਦੋਂ ਹੋਣ ਤੋਂ ਬਾਅਦ ਇਹ ਇੱਕ ਯੋਜਨਾਬੱਧ ਢੰਗ ਨਾਲ ਇਹਨੇ ਆਪਣੇ ਮਿਨਿਸਟਰਾਂ ਨੂੰ ਲਾ ਕੇ, ਜ਼ਿਲ੍ਹੇ ਵੰਡ ਕੇ, ਆਪਣੇ ਪ੍ਰਭਾਰੀ ਲਾ ਕੇ ਇਹਨਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਕੰਪੇਨ ਕੀਤੀ, ਜਿਹੜੀ ਅਕਾਲੀ ਦਲ ਦੀ ਵੋਟ ਤੋੜਨ ਲਈ। ਹਿੰਦੂਆਂ ਦੀ ਵੋਟ ਨਹੀਂ, ਹਿੰਦੂਆਂ ਦੀ ਵੋਟ ਤਾਂ ਜਿਹੜੀ ਹੈਗੀ ਨਾ ਉਹ ਮੋਦੀ ਦੇ ਨਾਂ ਤੇ ਟੁੱਟਣੀ ਆ। ਉਹ ਜਿਹੜੀ ਟੁੱਟ ਜਾਣੀ ਉਹਨੇ ਟੁੱਟਣਾ ਹੀ ਹੈਗਾ, ਕਿਉਂ ਜਿਹੜਾ ਕਮਿਊਨਲ ਪਾਲਿਸੀ ਵਰਤਦੇ ਨੇ ਉਹਦੇ ਨਾਲ ਟੁੱਟ ਜਾਣੀ ਆ। ਇਹਨਾਂ ਦਾ ਟਾਰਗੇਟ ਸੀਗਾ ਵੀ ਅਕਾਲੀ ਦਲ ਦੀ ਜਿਹੜੀ ਸਿੱਖ ਵੋਟ ਹੈ ਉਹ ਤੋੜੀ ਜਾਵੇ। ਉਹ 'ਚ ਕਾਫੀ ਹੱਦ ਤੱਕ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਇਹ ਕਾਮਯਾਬ ਵੀ ਹੋਏ ਨੇ, ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹਨਾਂ ਨੇ ਯੂਨਿਟਾਂ ਬਣਾ ਲਈਆਂ, ਤੇ ਖਾਸ ਤੌਰ ਤੇ ਜਿੰਨੇ ਵੀ ਇਹ ਸ਼ਾਮਲ ਕਰਦੇ ਨੇ ਤੁਸੀਂ ਦੇਖਦੇ ਹੋ, ਕੋਈ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੈ, ਕੋਈ ਅਕਾਲੀ ਦਲ ਦਾ ਹੈ, ਬਸ ਸਿੱਖ ਲੀਡਰ ਨੂੰ ਇਹ ਸ਼ਾਮਲ ਕਰਦੇ ਨੇ। ਸਿੱਖਾਂ ਨੂੰ ਇਹਨਾਂ ਨੇ ਨਾਲ ਲਾਉਣ ਦੀ ਆਪਣੀ ਬੜੀ ਯੋਜਨਾ ਬਣਾਈ ਹੋਈ ਆ। ਉਹ 'ਚ ਹੁਣ ਦੇਖੋ, ਇਹਨਾਂ ਕੋਲ ਇੰਟੈਲੀਜੈਂਸ, ਇਹਨਾਂ ਨੇ ਰਿਪੋਰਟ ਮੰਗਾਉਣਗੇ 24 ਤੋਂ ਪਹਿਲਾਂ ਵੀ ਸਾਡੇ ਨਾਲ ਕਿੰਨੇ % ਸਿੱਖ ਲੱਗੇ ਨੇ, ਉਹ ਅਕਾਲੀ ਦਲ ਨਾਲੋਂ ਕਿੰਨੇ ਟੁੱਟ ਕੇ ਸਾਡੇ ਨਾਲ ਲੱਗੇ ਨੇ। ਜੇ ਤਾਂ ਇਹ ਉਹ 'ਚ ਕਾਮਯਾਬ ਹੋ ਗਏ ਫਿਰ ਤਾਂ ਇਹ ਕਰਨਗੇ, ਨਹੀਂ ਇਹ ਬਿਲਕੁਲ ਸਮਝੌਤਾ ਨਹੀਂ ਕਰਨਗੇ। ਜੇ ਇਹ ਕਰਨਗੇ, ਇੱਕ ਹੋਰ ਮੈਂ ਤੁਹਾਨੂੰ ਦੱਸਦਾ, ਜੇ ਇਹ ਕਰਨਗੇ ਤਾਂ ਪਹਿਲਾਂ ਵਾਂਗੂ 23 ਸੀਟਾਂ ਨਹੀਂ ਲੈਣਗੇ। ਇਹ ਜਿਵੇਂ ਅਸੈਂਬਲੀ ਦੀਆਂ 23 ਸੀਟਾਂ ਲਈਆਂ ਸੀ ਜਾਂ ਇਹਨਾਂ ਨੇ MP ਦੀਆਂ 3 ਸੀਟਾਂ ਲਈਆਂ ਸੀ, ਇਹ ਬਿਲਕੁਲ ਨਹੀਂ ਲੈਣਗੇ। ਇਹ ਅੱਧੋ ਅੱਧ ਤੇ ਜਾਣਗੇ, ਬਰਾਬਰ ਖੜਨਗੇ। ਅਕਾਲੀ ਦਲ ਇੰਨਾ ਕਮਜ਼ੋਰ ਹੈ ਤੇ ਇਸ ਕਰਕੇ ਉਹ ਕਿਸੇ ਵੀ ਕੀਮਤ ਤੇ ਉਹ ਭਾਜਪਾ ਨਾਲ ਰਲਣ ਲਈ ਤਰਲੋ ਮੱਛੀ ਹੋ ਰਿਹਾ। ਉਹਨੇ ਤਾਂ ਉਹਨੂੰ ਮਾੜਾ ਜਿਹਾ ਕਹਿਣ ਤਾਂ ਸਹੀ, ਨਾਲੇ ਅਕਾਲੀ ਦਲ ਨੂੰ ਤਾਂ ਸੁਖਬੀਰ ਬਾਦਲ ਦੋਨੋਂ MP ਨੇ ਆਦਮੀ ਤੀਵੀਂ, ਉਹਨਾਂ ਨੂੰ ਤਾਂ ਮਿਨਿਸਟਰੀ ਚਾਹੀਦੀ ਆ, ਤਾਕਤ ਚਾਹੀਦੀ ਆ, ਉਹ ਤਾਂ ਫਟਾਫਟ ਸਹਿਮਤ ਹੋ ਜਾਣਗੇ। ਇਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਵੀ ਸਿਆਸਤ ਦੇ ਵਿੱਚ ਕੁਝ ਪਤਾ ਨਹੀਂ। ਜਿਹੜਾ ਅਕਾਲੀ BJP ਹੈ ਉਹ ਆਪਣਾ ਆਧਾਰ ਵਧਾ ਰਹੀ ਆ, ਥੋੜਾ ਬਹੁਤ ਉਹਨਾਂ ਨੇ ਵਧਾਇਆ ਵੀ ਹੈ। ਮੈਂ ਇਹ ਨਹੀਂ ਕਹਿੰਦਾ ਇਕੱਲੀਆਂ ਸਿੱਖਾਂ ਦੀਆਂ ਹੀ ਉਹਨਾਂ ਨੇ ਅਕਾਲੀ ਦਲ ਦੀ ਸਿੱਖ ਸ਼ਾਮਿਲ ਕੀਤੇ, ਉਹਨਾਂ ਨੇ ਕਾਂਗਰਸੀ ਵੀ ਤੋੜੇ ਨੇ। ਤੁਹਾਡੇ ਸਾਹਮਣੇ ਨੇ ਵੱਡੇ ਵੱਡੇ ਜਿਹੜੇ ਲੀਡਰ ਸੀਗੇ ਉਹ ਆਏ ਨੇ। ਉਹਨਾਂ ਦੇ ਵਿੱਚ ਉਹਨਾਂ ਜਿਵੇਂ ਜਦੋਂ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹ ਕਿੰਨੇ ਸਰਦਾਰ ਗਏ ਨੇ, ਉਹ ਵੀ ਉਹਨਾਂ ਨੇ ਤੋੜੇ ਨੇ। ਇਸ ਕਰਕੇ BJP ਕਾਫੀ ਹੱਦ ਤੱਕ ਕਾਮਯਾਬ ਹੈ। ਛੇਤੀ ਕਿਤੇ ਉਹ ਸਮਝੌਤਾ ਨਹੀਂ ਕਰਦੀ। ਉਹ ਤਾਂ ਕਰਨਗੇ ਜੇ ਉਹਨਾਂ ਨੂੰ ਇਹ ਦਿਸੇਗਾ ਕਿ ਸਾਡੇ ਨਾਲ ਕੋਈ ਉਹਨੇ ਜੁੜੇ ਨਹੀਂ। ਪਰ ਹਾਂ, ਇਹ ਆਮ ਆਦਮੀ ਪਾਰਟੀ ਨੂੰ, ਕਿਉਂਕਿ ਕਾਂਗਰਸ ਵੀ ਕਮਜ਼ੋਰ ਹੈ, ਇਹ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕੋਈ ਢੰਗ ਵੀ ਵਰਤ ਸਕਦੇ ਨੇ। BJP ਵਾਲੇ ਸਮਝੌਤਾ ਕਰ ਸਕਦੇ ਨੇ। ਹਾਂਜੀ,
ਇਹ ਤਾਂ ਗੱਲ ਹੋ ਗਈ ਭਾਜਪਾ ਅਕਾਲੀ ਦਲ ਗੱਠਜੋੜ ਦੀ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜੋ ਭਾਰਤੀ ਤੁਸੀਂ ਪਾਰਟੀ ਦੀ ਗੱਲ ਕੀਤੀ ਹੈ, ਭਾਜਪਾ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਸੁਨੀਲ ਜਾਖੜ ਜੀ ਨੂੰ ਨਵੇਂ ਪ੍ਰਧਾਨ ਬਣਾਇਆ ਗਿਆ ਹੈ ਤੇ ਨਾਲ ਹੀ ਕਿਹਾ ਕਿ ਭਾਜਪਾ ਨੂੰ ਨਵੇਂ ਗੱਠਜੋੜ ਦੀ ਤਿਆਰੀ ਕਰਨੀ ਪੈਣੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੰਨੀ ਕੁ ਤਿਆਰੀ ਹੈਗੀ ਆ, ਜਾਂ ਸੁਨੀਲ ਜਾਖੜ ਦੇ ਨਵੇਂ ਪ੍ਰਧਾਨ ਬਣਨ ਦੇ ਨਾਲ ਤੁਹਾਨੂੰ ਕੀ ਸੰਭਾਵਨਾਵਾਂ ਜਾਗੀਆਂ ਨੇ, ਜਾਂ ਭਾਜਪਾ ਪਾਰਟੀ ਦੇ ਵਿੱਚ ਕਿਹੋ ਜਿਹੀ ਹਿਲਚੁਲ ਹੋਣ ਦੀ ਸੰਭਾਵਨਾ ਹੈ ਜਾਂ ਨਜ਼ਰ ਆਈ ਹੈ? ਜਾਗਰ ਸਿੰਘ ਜੀ। ਇਹ ਤਾਂ ਸ਼ਿੰਦਰਪਾਲ ਜੀ, ਜਿਹੜੀ ਇਹ ਤੁਸੀਂ ਫੋਟੋ ਦਿਖਾ ਰਹੇ ਹੋ, ਇਹ ਫੋਟੋ ਤਾਂ ਬਹੁਤ ਪੁਰਾਣੀ ਹੈ, ਪਰ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਵੀ ਸੁਨੀਲ ਜਾਖੜ ਹੈ ਨਾ, ਉਹ ਹੋਮ ਮਿਨਿਸਟਰ ਦੇ ਬਹੁਤ ਨੇੜੇ ਆ। ਵੀ ਇਹ ਹੋਮ ਮਿਨਿਸਟਰ ਰਾਹੀਂ ਆਇਆ। ਪੰਜਾਬ ਦੇ ਜਿਹੜੇ ਬੀਜੇਪੀ ਦੇ ਜਿਵੇਂ ਟਕਸਾਲੀ ਕਹਿੰਦੇ ਹੁੰਦੇ ਨੇ, ਉਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ, ਕਿਉਂਕਿ ਗੱਲ ਤਾਂ ਪਹਿਲੇ ਪਤਾ ਲੱਗ ਜਾਂਦੀ ਆ, ਸ਼ੁਰੂ ਹੋਈ ਆ। ਉਹਨਾਂ ਨੇ ਬੀਜੇਪੀ ਦੇ ਲੀਡਰਾਂ ਨੂੰ ਬੁਲਾ ਕੇ ਕਿਹਾ ਵੀ ਸੀਗਾ ਵੀ ਅਸੀਂ ਚੇਂਜ ਕਰਨੀ ਚਾਹੁੰਦੇ ਹਾਂ, ਵੀ ਅਸੀਂ ਬਣਾਉਣਾ ਚਾਹੁੰਦੇ ਹਾਂ, ਪਰ ਬੀਜੇਪੀ ਦੇ ਲੀਡਰਾਂ ਨੇ ਵਿਰੋਧ ਕੀਤਾ। ਪਰ ਉਸ ਵਿਰੋਧ ਦੇ ਬਾਵਜੂਦ ਵੀ ਉਹਨਾਂ ਨੇ ਉਹਨੂੰ ਬਣਾਤਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਵੀ ਇਹ ਹਰ ਹੀਲੇ ਸਰਕਾਰ ਬਣਾਉਣਾ ਚਾਹੁੰਦੇ ਨੇ। ਇਹ ਸਮਝਦੇ ਨੇ ਵੀ ਜਿਹੜਾ ਸੁਨੀਲ ਕੁਮਾਰ ਜਾਖੜ ਹੈ, ਇੱਕ ਵੀ ਕਾਂਗਰਸ ਦਾ, ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ, ਇਹ ਕਾਂਗਰਸੀਆਂ ਨੂੰ ਤੋੜ ਕੇ ਲਿਆ ਸਕਦਾ, ਇਹਨਾਂ ਨੂੰ ਉਮੀਦ ਹੈ। ਅੱਛਾ, ਇਹ ਹੋ ਵੀ ਸਕਦਾ, ਕੋਈ ਸ਼ੱਕ ਨਹੀਂ, ਕਿਉਂਕਿ ਪ੍ਰਧਾਨ ਰਿਹਾ ਉਹ ਇੰਨੀ ਦੇਰ, ਪਰ ਪ੍ਰਧਾਨ ਵੀ ਬੜਾ ਐਕਟਿਵ ਰਿਹਾ, ਬੜਾ ਸਵੱਛ ਕਿਰਦਾਰ ਵਾਲਾ ਬੰਦਾ ਹੈ, ਉਹਦੇ ਕੋਈ ਕਰਪਸ਼ਨ ਦਾ ਕੋਈ ਇਲਜ਼ਾਮ ਨਹੀਂ ਹੈ, ਮਤਲਬ ਨਰਮ ਸੁਭਾਅ ਦਾ ਬੰਦਾ, ਉਹਦੇ ਵਿੱਚ ਬਹੁਤ ਸਾਰੇ ਗੁਣ ਨੇ। ਉਹ ਮਤਲਬ ਜਿਵੇਂ ਕਹਿੰਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਸਨ ਲਾ ਵੀ ਸਕਦਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਇੱਥੇ ਨਾਲ ਦੀ ਨਾਲ ਤੁਸੀਂ ਇਹ ਵੀ ਦੇਖੋ ਵੀ ਜਿਹੜਾ ਜਿਸ ਨੇ ਇਹਨੂੰ ਹਰਾਇਆ ਸੀਗਾ ਨਾਰੰਗ ਨੇ ਫਾਜ਼ਿਲਕਾ ਤੋਂ, ਉਸ ਨੇ ਅਸਤੀਫਾ ਦਿੱਤਾ ਸਾਰੇ ਅਹੁਦੇ ਤੋਂ, ਉਹਨੇ ਪ੍ਰੋਟੈਸਟ ਕਰਤਾ। ਤੇ ਉਹਨਾਂ ਦੇ ਅੰਦਰ ਅਜੇ ਖਿਚੜੀ ਪੱਕ ਰਹੀ ਆ, ਅਜੇ ਪਤਾ ਨਹੀਂ ਅੰਦਰੋਂ ਕੀ ਹੋਏਗਾ। ਪਰ ਇੱਕ ਗੱਲ ਮੈਂ ਬੜਾ ਹੈਰਾਨ ਆ, ਲੋਕ ਇਹ ਵੀ ਦੇਖਦੇ ਨੇ ਵੀ ਸੁਨੀਲ ਜਾਖੜ ਜਿਹੜਾ ਇਹਦਾ ਪਰਿਵਾਰ ਹੈ, ਇਹ ਪਿਛਲੀ ਅੱਧੀ ਸਦੀ ਤੋਂ ਵੀ ਵੱਧ ਕਾਂਗਰਸ ਨਾਲ ਜੁੜਿਆ ਹੋਇਆ, ਸਿਆਸੀ ਤਾਕਤਾਂ ਦਾ ਆਨੰਦ ਮਾਣਿਆ। ਮਤਲਬ ਲੋਕ ਮਹਿਸੂਸ ਕਰਦੇ ਨੇ ਸਾਰੇ ਵੀ ਦੇਖੋ, ਜਿਹੜਾ ਇਹਦਾ ਫਾਦਰ ਸੀ ਬਲਰਾਮ ਜਾਖੜ, ਪ੍ਰਤਾਪ ਸਿੰਘ ਕੈਰੋਂ ਦੀ ਮਿਨਿਸਟਰੀ ਡਿਪਟੀ ਲੀਡਰ ਸੀਗਾ। ਫਿਰ ਜਦੋਂ ਕਾਂਗਰਸ ਹਾਰ ਗਈ, ਫਿਰ ਉਦੋਂ ਇਹ ਆਪੋਜੀਸ਼ਨ ਦਾ ਲੀਡਰ ਰਿਹਾ ਅਸੈਂਬਲੀ 'ਚ। ਉਸ ਤੋਂ ਬਾਅਦ ਪਾਰਲੀਮੈਂਟ ਦਾ ਮੈਂਬਰ ਬਣਿਆ, ਫਿਰ ਲੋਕ ਸਭਾ ਸਪੀਕਰ ਬਣਿਆ, ਸੈਂਟਰ 'ਚ ਮਿਨਿਸਟਰ ਬਣਿਆ। ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋਈ, ਮਾੜੇ ਦਿਨ ਸੀਗੇ, ਉਦੋਂ ਇਹਨੂੰ ਰਾਜਸਥਾਨ ਤੋਂ ਚੋਣ ਲਵਾ ਕੇ ਜਿਤਾ ਕੇ ਮੰਤਰੀ ਬਣਾਇਆ ਕਾਂਗਰਸ ਨੇ, ਬਾਅਦ 'ਚ ਗਵਰਨਰ ਬਣਾਇਆ। ਫਿਰ ਉਸ ਤੋਂ ਬਾਅਦ ਇਹਦਾ ਭਰਾ ਜਿਹੜਾ ਸੱਜਣ ਕੁਮਾਰ ਜਾਖੜ ਬੇਅੰਤ ਸਿੰਘ ਦੀ ਸਰਕਾਰ 'ਚ ਮਿਨਿਸਟਰ ਰਿਹਾ। ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਵੀ ਇਹ MLA ਵੀ ਬਣਿਆ, ਇਹਨੂੰ MP ਵੀ ਬਣਾਇਆ, ਜਦ ਇਹ ਹਾਰ ਗਿਆ ਇਹਨੂੰ ਪ੍ਰਧਾਨ ਵੀ ਬਣਾਇਆ। ਫਿਰ ਇਹਦੇ ਕਹੇ ਤੇ ਭਤੀਜੇ ਨੂੰ ਟਿਕਟ ਦਿੱਤੀ, ਜਿਵੇਂ ਨੇ ਉਹ ਨਾਰੰਗ ਨੂੰ ਹਰਾਇਆ, ਜਿਹੜਾ ਹੁਣ ਅਸਤੀਫਾ ਦੇ ਕੇ ਗਿਆ। ਇਹ ਲੋਕਾਂ ਦੇ ਵਿੱਚ ਇਹ ਹੈ, ਸਿਆਸਤੀਆਂ ਦੇ ਵਿੱਚ, ਵੀ ਇਹ ਅਹੁਦੇ ਤੋਂ ਬਿਨਾਂ ਇਹ ਪਰਿਵਾਰ ਨਹੀਂ ਰਹਿੰਦਾ। ਮਤਲਬ ਇਸ ਕਰਕੇ ਤੁਸੀਂ ਨਾ ਕੋਈ ਕਲੀਅਰ ਕੱਟ ਫੈਸਲਾ ਮਤਲਬ ਕਹਿ ਨਹੀਂ ਸਕਦੇ ਵੀ ਸੁਨੀਲ ਜਾਖੜ ਡੈਂਟ ਪਾਏਗਾ ਕਿ ਨਹੀਂ ਪਾਏਗਾ, ਕਿਉਂਕਿ ਇਹ ਸਿੱਕੇ ਦੇ ਦੋਨੋਂ ਪਹਿਲੂ ਨੇ। ਉਹਨਾਂ ਨੇ ਚਾਲ ਤਾਂ ਜ਼ਰੂਰ ਬੀਜੇਪੀ ਨੇ ਚੱਲੀ ਹੈ, ਵੀ ਦੇਖੋ ਹੁਣ ਕਿੰਨੇ ਕਾਮਯਾਬ ਹੁੰਦੇ ਨੇ, ਇਹ ਮੌਕਾ ਦੱਸੇਗਾ ਵੀ ਅੱਗੇ ਕੀ ਹੁੰਦਾ। ਕਿਉਂਕਿ ਬੀਜੇਪੀ ਤਾਂ ਇਹੋ ਜਿਹੇ ਢੰਗ ਵਰਤਦੀ ਹੈ। ਦੇਖੋ, ਉਹਨਾਂ ਨੇ ਦਿੱਲੀ ਦੇ ਵਿੱਚ ਹਰ ਹਾਲਤ ਸਰਕਾਰ ਬਣਾਉਣੀ ਹੈ 24 'ਚ, ਉਹ ਪੰਜਾਬ ਦੇ ਵਿੱਚ ਤਿੰਨ ਸੀਟਾਂ। ਹੁਣ ਇਹਦੇ ਬਾਰੇ ਇੱਕ ਮਿੰਟ ਗੱਲ ਕਰਨੀ ਚਾਹੁੰਦਾ, ਇਹਦੇ ਬਾਰੇ ਸੁਨੀਲ ਜਾਖੜ ਬਾਰੇ ਇਹ ਵੀ ਕਿਹਾ ਜਾ ਰਿਹਾ ਵੀ ਉਹਨੂੰ ਗੁਰਦਾਸਪੁਰ ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜਾਈ ਜਾਏਗੀ, ਕਿਉਂਕਿ ਉਹ ਜਿਹੜਾ ਐਕਟਰ ਬਣਾਇਆ ਕਿ ਉਹ ਤਾਂ ਕਦੇ ਆਇਆ ਹੀ ਨਹੀਂ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਇਸ ਵੇਲੇ ਸਮਾਪਤ ਹੋ ਗਿਆ ਸੀ, ਤੇ ਬਹੁਤ ਧੰਨਵਾਦ, ਤੁਸੀਂ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਸੁਨੀਲ ਜਾਖੜ ਭਾਜਪਾ ਲਈ ਕੀ ਕਰ ਸਕਦਾ ਹੈ, ਤੇ ਉਹ ਕਾਂਗਰਸ ਨੂੰ ਕਿੱਦਾਂ ਡੈਂਟ ਪਾ ਸਕਦਾ ਹੈ, ਤੇ ਕਿੱਦਾਂ ਨੁਕਸਾਨ ਕਰ ਸਕਦਾ। ਤੇ ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਅਸੀਂ ਹੋਰ ਖਬਰਾਂ ਲੈ ਕੇ ਜੁੜਾਂਗੇ। ਇੱਥੇ ਅੱਜ ਤੋਂ ਆਪ ਤੋਂ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਉਜਾਗਰ ਸਿੰਘ, ਜਿਨ੍ਹਾਂ ਕੋਲ ਗਿਆਨ ਦਾ, ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀਗਾ, ਗਿਆਨ ਹੋਣਾ ਬੜਾ ਜ਼ਰੂਰੀ ਹੈ। ਇਹਨਾਂ ਕੋਲ ਜਿਹੜਾ ਪੋਲੀਟੀਕਲ ਗਿਆਨ ਹੈ, ਸਮਾਜਿਕ ਗਿਆਨ ਹੈ, ਵਿਦਿਅਕ ਗਿਆਨ ਹੈ, ਇਹ ਗਿਆਨ ਦੇ ਭੰਡਾਰ ਨੇ। ਕੋਈ ਵੀ ਅਸੀਂ ਵਿਸ਼ਾ ਸ਼ੁਰੂ ਕਰ ਲਈਏ, ਇਹ ਉਸ ਵਿਸ਼ੇ ਦੀ ਜੜ ਤੱਕ ਜਾਂਦੇ ਨੇ। ਸੋ ਸਾਨੂੰ ਬੜਾ ਮਾਣ ਹੈ ਪੰਜਾਬੀਆਂ ਨੂੰ ਕਿ ਇਹੋ ਜਿਹੇ ਸਾਡੇ ਜਿਹੜੇ ਪੱਤਰਕਾਰ ਨੇ, ਜਿਹੜੇ ਪੰਜਾਬੀ ਦੇ ਨਾਲ ਬੜੇ ਮੁੱਢ ਤੋਂ, ਜੜ੍ਹਾਂ ਤੋਂ ਜੁੜੇ ਨੇ।
ਉਹ ਸਾਨੂੰ ਸਿੱਖ ਚੈਨਲ ਨੂੰ ਬੜਾ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਅਦੀਬਾਂ ਦੇ ਨਾਲ ਗੱਲ ਕਰਕੇ, ਜਿਹੜੇ ਕਿ ਸਾਨੂੰ ਪੂਰੀ ਜਾਣਕਾਰੀ ਦਿੰਦੇ ਨੇ। ਬਾਕੀ ਜਿਹੜੀ ਇਸ ਵੇਲੇ ਉੱਥੋਂ ਦੀ ਸਥਿਤੀ ਹੈਗੀ ਆ ਉਹਦੇ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈਗਾ, ਕਰਕੇ ਲੀਡਰਾਂ ਦੇ ਜਿਹੜੇ ਬਿਆਨ ਹੁੰਦੇ ਨੇ ਕੀ ਤਾਂ ਬਿਆਨ ਹੀ ਰਹਿ ਜਾਂਦੇ ਨੇ, ਤੇ ਉਹ ਸਮੇਂ ਦੀ ਜਿਹੜੀ ਚਾਲ ਹੁੰਦੀ ਹੈ ਉਹਨਾਂ ਦੀ, ਉਹਦੇ ਉੱਤੇ ਹੀ ਘੇਰੇ ਕੱਢਦੇ ਰਹਿੰਦੇ ਨੇ, ਤੇ ਅਸਲੀਅਤ ਕੋਈ ਹੋਰ ਹੁੰਦੀ ਹੈ। ਤੇ ਹੁਣ ਅਸੀਂ ਗੱਲ ਕਰਾਂਗੇ, ਜਿਵੇਂ ਕਿ ਸ਼ੁਰੂ ਵਿੱਚ ਗੱਲ ਕੀਤੀ ਸੀ, ਕਿ ਸਭ ਤੋਂ ਪਹਿਲਾਂ ਇਨਸਾਨ ਦੀ ਜਿਹੜੀ ਉਹ ਸਿਹਤ ਜ਼ਰੂਰੀ ਹੈ। ਸਿਹਤ ਦੇ ਨਾਲ ਹੀ ਤੁਹਾਡੀਆਂ ਸਾਰੀਆਂ ਸੋਚਾਂ ਵਧੀਆ ਨੇ। ਤੁਹਾਡੀ ਜੇ ਗੱਲ ਕਰੀਏ ਆਪਾਂ, ਜਿਹੜੀ ਤੰਦਰੁਸਤੀ ਹੈ, ਤੁਹਾਡੇ ਸਰੀਰ ਦੇ ਸਾਰੇ ਅੰਗ ਪੈਰ ਚੱਲਦੇ ਨੇ, ਤੇ ਤੁਹਾਡਾ ਮਨ ਵੀ ਖੁਸ਼ ਰਹਿੰਦਾ ਹੈ ਕਿ ਤੁਸੀਂ ਹਰ ਕੰਮ ਕਰਨ ਨੂੰ ਤਿਆਰ ਹੁੰਦੇ ਹੋ, ਜਾਂ ਤੁਹਾਡਾ ਜਿਹੜਾ ਸਰੀਰ ਹੈ ਤੁਹਾਡਾ ਔਲਦਾ ਹੈ, ਉਹ ਕਾਹਲਾ ਪੈ ਜਾਂਦਾ ਕਿ ਆਹ ਵੀ ਕੰਮ ਕਰ ਲਈਏ। ਜੇ ਕੋਈ ਸਰੀਰਕ ਪਰੇਸ਼ਾਨੀ ਹੈ ਜਾਂ ਮਾਨਸਿਕ ਪਰੇਸ਼ਾਨੀ ਹੈ ਤਾਂ ਉਹਦਾ ਅਸਰ ਤੁਹਾਡੇ ਜਨਜੀਵਨ ਦੇ ਉੱਤੇ ਪੈਂਦਾ ਹੈਗਾ। ਤੇ ਅੱਜ ਅਸੀਂ ਗੱਲ ਕਰਾਂਗੇ ਕਸਰਤ ਦੀ ਗੱਲ, ਜਿਵੇਂ ਕੀਤੀ ਸੀ ਕਿ ਸਾਨੂੰ ਕਸਰਤ ਕਰਨੀ ਬੜੀ ਜ਼ਰੂਰੀ ਹੈ, ਤੇ ਇਸ ਵਿਸ਼ੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਹਿੰਦਰ ਗਿੱਲ ਜੀ। ਆਓ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਮਹਿੰਦਰ ਗਿੱਲ ਜੀ, ਬਹੁਤ ਬਹੁਤ ਧੰਨਵਾਦ ਜੀ। ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸ਼ਿੰਦਰਪਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਠੀਕ ਠਾਕ। ਸਾਡੇ ਦਰਸ਼ਕ ਉਡੀਕਦੇ ਰਹਿੰਦੇ ਨੇ ਕਦੋਂ ਡਾਕਟਰ ਸਾਹਿਬ ਆਉਣ ਕੇ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਣ ਕਿ ਸਾਡੀ ਸਿਹਤ 9x9 ਹੋਵੇ। ਤੇ ਅੱਜ ਤੁਸੀਂ ਵਿਸ਼ਾ ਚੁਣਿਆ ਕਿ ਐਕਸਰਸਾਈਜ਼ ਹੈ, ਜਾਂ ਆਪਾਂ ਚੁਣਿਆ ਕਿ ਐਕਸਰਸਾਈਜ਼ ਬੜੀ ਜ਼ਰੂਰੀ ਹੈ। ਤੁਸੀਂ ਦੱਸੋ ਡਾਕਟਰੀ ਪੱਖ ਤੋਂ ਕਿਉਂ ਜ਼ਰੂਰੀ ਹੈ ਜੀ? ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ, ਪਿਆਰ ਭਰੀ। ਆਪਾਂ ਜਾਣਦੇ ਹਾਂ ਕਿ ਜਿਹੜੀ ਐਕਸਰਸਾਈਜ਼ ਹੈ, ਜਾਂ ਜਿਹਨੂੰ ਆਪਾਂ ਕਸਰਤ ਵੀ ਕਹਿੰਦੇ ਹਾਂ, ਉਹ ਸਰੀਰ ਲਈ ਕਿੰਨੀ ਜ਼ਰੂਰੀ ਹੈ। ਜੇ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਓਗੇ ਜਾਂ ਕੋਈ ਵੀ ਬਿਮਾਰੀ ਹੈ ਤੁਹਾਨੂੰ, ਤੇ ਉਹ ਨਾਲ ਇਹ ਜ਼ਰੂਰ ਕਹਿਣਗੇ ਕਿ ਬਈ ਤੁਸੀਂ ਆਪਣੀ ਥੋੜ੍ਹੀ ਬਹੁਤੀ ਐਕਸਰਸਾਈਜ਼, ਜਿਹੜੀ ਕਸਰਤ ਕਰਨੀ ਨਾ ਭੁੱਲਣਾ। ਕਿਉਂਕਿ ਸਾਡਾ ਜਿਹੜਾ ਜੀਵਨ ਜਾਂਚ ਇਸ ਵੇਲੇ ਕੁਛ ਇਹੋ ਜਿਹਾ ਹੋ ਗਿਆ ਕਿ ਅਸੀਂ ਬੈਠ ਕੇ ਮਤਲਬ ਬੈਠੇ ਰਹੀਦਾ, ਜ਼ਿਆਦਾ ਟੈਲੀਵਿਜ਼ਨ ਦੇਖੀ ਜਾਈਦਾ, ਜਾਂ ਜੇ ਪੜ੍ਹਨਾ ਵੀ ਹੈ ਤਾਂ ਵੀ ਬੈਠ ਕੇ ਪੜ੍ਹਨਾ ਹੁੰਦਾ। ਜਿੰਨੀਆਂ ਸਾਡੀਆਂ ਮੀਟਿੰਗਾਂ ਹੁੰਦੀਆਂ ਉਹ ਸਭ ਬੈਠ ਕੇ ਕੀਤੀਆਂ ਜਾਂਦੀਆਂ, ਤੇ ਘੰਟਿਆਂ ਬੱਧੀ ਲੋਕ ਬੈਠੇ ਮੀਟਿੰਗਾਂ ਵਿੱਚ ਗੱਲਾਂ ਕਰਦੇ ਰਹਿੰਦੇ ਨੇ, ਲੇਕਿਨ ਸਰੀਰ ਵਾਸਤੇ ਉਹ ਵਧੀਆ ਗੱਲ ਨਹੀਂ ਹੈਗੀ। ਤੇ ਇਸ ਕਰਕੇ ਜਿਹੜੀ NHS ਦੀ ਗਾਈਡਲਾਈਨ ਹੈਗੀ ਹੈ, ਜਿਹਦੇ ਬਾਰੇ ਆਪਾਂ ਥੋੜ੍ਹੀ ਬਹੁਤੀ ਅੱਜ ਗੱਲ ਕਰਨੀ ਹੈ, ਉਹ ਇਹ ਕਹਿੰਦੀ ਹੈ ਕਿ ਬਹੁਤੇ ਲੰਮੇ ਸਮੇਂ ਲਈ ਬੈਠੋ ਨਾ ਲੰਮੇ ਪਾਓ, ਉੱਠ ਕੇ ਤੁਰੋ ਫਿਰੋ, ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਓ। ਤੇ ਕੁਝ ਗਾਈਡਲਾਈਨ ਉਹਨਾਂ ਨੇ ਦਿੱਤੀਆਂ ਨੇ ਕਿ ਐਕਸਰਸਾਈਜ਼ ਕਿੰਨੀ ਕਰਨੀ ਚਾਹੀਦੀ ਹੈ, ਕਿਹੋ ਜਿਹੀ, ਉਹਦੇ ਬਾਰੇ ਆਪਾਂ ਇੱਕ ਦੋ ਗੱਲਾਂ ਸਾਂਝੀਆਂ ਕਰਾਂਗੇ। ਹਾਂਜੀ, ਹਾਂ, ਜ਼ਰੂਰ। ਅਸੀਂ ਨਾਲ ਦੀ ਨਾਲ ਤਸਵੀਰਾਂ ਵੀ ਆਪ ਜੀ ਨੂੰ ਦਰਸ਼ਕਾਂ ਨੂੰ ਦਿਖਾਉਂਦੇ ਰਹਾਂਗੇ, ਪਰ ਨਾਲ ਦੀ ਨਾਲ ਅਸੀਂ ਕਵਾਂਗੇ ਇਹ ਜ਼ਰੂਰੀ ਨਹੀਂ ਜਿਹੜੀ ਤੁਹਾਨੂੰ ਕਸਰਤ ਦੱਸੀ ਜਾ ਰਹੀ ਹੈ ਜਾਂ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਲਈ ਢੁਕਵੀਂ ਹੋਵੇ, ਪਰ ਫਿਰ ਵੀ ਤੁਸੀਂ ਆਪਣੇ ਜਿਹੜਾ ਸਿਹਤ ਮਾਹਰ ਹੈ, ਤੁਹਾਡਾ ਡਾਕਟਰ ਹੈ ਜਾਂ ਫਿਜ਼ੀਓਥੈਰੇਪਿਸਟ ਹੈ, ਉਹਦੇ ਨਾਲ ਤੁਸੀਂ ਜ਼ਰੂਰ ਮਸ਼ਵਰਾ ਕਰ ਲੈਣਾ ਹੈ। ਬਾਕੀ ਤੁਸੀਂ ਡਾਕਟਰ ਸਾਹਿਬ ਜੀ ਕਿਹਾ ਹੈ ਕਿ ਜਿਹੜਾ ਸਰੀਰ ਹੈ ਇਹ ਕੋਈ ਬੱਝਵੀਂ ਚੀਜ਼ ਨਹੀਂ, ਇਹ ਕੋਈ ਲਾਟੂ ਨਹੀਂ ਕਿ ਕੰਧ ਉੱਤੇ ਫਿੱਟ ਕਰਤਾ। ਇਹ ਜਿਹੜਾ ਸਰੀਰ ਹੈ ਕੋਈ ਮੁੜ ਫਿਰਨ ਵਾਸਤੇ ਬਣਿਆ ਹੈ, ਲਚਕਦਾਰ ਹੋਣਾ ਚਾਹੀਦਾ ਹੈ। ਹਾਂਜੀ, ਪਰ ਦਰਸ਼ਕੋ, ਹੁਣ ਤੁਹਾਨੂੰ ਨਾਲ ਦੀ ਨਾਲ ਅਸੀਂ ਕੁਝ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਕਿ ਕਿਹੜੀ ਜਿਹੜੀ ਕਸਰਤ ਹੈਗੀ ਆ, ਉਹਦੇ ਕੀ ਫਾਇਦੇ ਆ, ਕਿਹੜੇ ਸਰੀਰ ਨੂੰ ਉਹ ਸਪੋਰਟ ਕਰਦੇ ਹੈਗੇ। ਡਾਕਟਰ ਸਾਹਿਬ ਉਹਨਾਂ ਬਾਰੇ ਦੱਸਣਗੇ, ਤੇ ਪਹਿਲਾ ਗ੍ਰਾਫ ਸਕਰੀਨ ਤੇ ਆਵੇਗਾ ਤੇ ਡਾਕਟਰ ਸਾਹਿਬ ਉਹਦੇ ਬਾਰੇ ਦੱਸਣਗੇ। ਹਾਂਜੀ ਡਾਕਟਰ ਸਾਹਿਬ, ਡਾਕਟਰ ਗਿੱਲ ਜੀ। ਹਾਂਜੀ ਸ਼ਿੰਦਰਪਾਲ ਜੀ, ਪਹਿਲੀ ਗੱਲ ਮੈਂ ਤੁਸੀਂ ਵੀ ਕਹੀ ਹੈ, ਮੈਂ ਵੀ ਦੁਹਰਾਉਣਾ ਚਾਹੁੰਦਾ ਕਿ ਜੋ ਅਸੀਂ ਗੱਲ ਕਰ ਰਹੇ ਹਾਂ ਅੱਜ ਐਕਸਰਸਾਈਜ਼ ਦੀ, ਇਹ ਮਤਲਬ ਹੈ 19 ਤੋਂ 65 ਸਾਲ ਦੇ ਇਨਸਾਨਾਂ ਵਾਸਤੇ ਹੈਗੀ ਆ। ਤੇ ਜੇ ਕਿਸੇ ਨੂੰ ਕੋਈ ਆਲਰੇਡੀ ਬਿਮਾਰੀ ਹੈਗੀ ਆ ਜਾਂ ਸ਼ੋਰ ਨਹੀਂ ਕਿ ਕੀ ਕਰਨਾ, ਉਹ ਪਲੀਜ਼ ਆਪਣੇ ਡਾਕਟਰ ਕੋਲੋਂ ਪਹਿਲਾਂ ਸਲਾਹ ਲੈਣ, ਜਾਂ ਫਿਜ਼ੀਓਥੈਰੇਪਿਸਟ ਕੋਲੋਂ ਸਲਾਹ ਲੈਣ ਕਿ ਕਿਹੋ ਜਿਹੀ ਐਕਸਰਸਾਈਜ਼ ਸਾਨੂੰ ਕਰਨੀ ਚਾਹੀਦੀ ਹੈ। ਪਰ ਅਦਰਵਾਈਜ਼ ਜੋ ਅਸੀਂ ਪਹਿਲੀ ਗੱਲ ਹਰ ਇੱਕ ਨੂੰ ਰეკਮੈਂਡ ਕਰਦੇ ਹਾਂ ਕਿ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਚਲੋ ਵੋਕਿੰਗ ਕਰਨੇ ਸ਼ੁਰੂ ਕਰ ਦਿਓ, ਤੇ ਉਹ ਤੁਸੀਂ ਆਪਣੀ ਜਿੰਨੀ ਤੁਹਾਡੀ ਸਿਹਤ ਆ ਉਹਦੇ ਮੁਤਾਬਕ ਸ਼ੁਰੂ ਕਰਨੀ ਹੈ। ਥੋੜੀ ਉਹਨੂੰ ਵਧਾਈ ਜਾਣਾ ਹੈਗਾ। ਜਿਹੜੀ ਬਹੁਤ ਇੱਕ ਇੰਪੋਰਟੈਂਟ ਗੱਲ ਮੈਂ ਕਰਨੀ ਚਾਹੁੰਦਾ ਕਿ ਹੌਲੀ ਹੌਲੀ ਤੁਸੀਂ ਆਪਣੀ ਜਿਹੜੀ ਸਪੀਡ ਹੈਗੀ ਹੈ ਉਹਨੂੰ ਇੰਨਾ ਕੁ ਤੇਜ਼ ਕਰਨਾ ਹੈ ਕਿ ਤੁਹਾਡੇ ਦਿਲ ਦੀ ਧੜਕਣ ਥੋੜ੍ਹੀ ਜਿਹੀ ਤੇਜ਼ ਹੋ ਜਾਏ। ਉਹ ਕਿੱਦਾਂ ਪਤਾ ਲੱਗਦਾ? ਉਹ ਇੱਦਾਂ ਪਤਾ ਲੱਗਦਾ ਜਦ ਤੁਸੀਂ ਤੇਜ਼ ਤੁਰਦੇ ਹੋ ਤੇ ਤੁਸੀਂ ਗੱਲਬਾਤ ਨਾ ਕਰ ਸਕਦੇ ਹੋਵੋ, ਗੱਲਬਾਤ ਕਰਨ ਲਈ ਸਾਹ ਚੜ੍ਹਦਾ ਹੋਵੇ,
ਉਹ ਤੁਹਾਨੂੰ ਸਹੀ ਤਰੀਕੇ ਨਾਲ ਮਤਲਬ ਤੁਹਾਡਾ ਜਿਹੜਾ ਹਾਰਟ ਰੇਟ ਹੈ ਉਹਦੀ ਜਿਹੜੀ ਗਤੀ ਹੈ ਉਹਦੀ 'ਚ ਥੋੜ੍ਹਾ ਜਿਹਾ ਵਾਧਾ ਹੋ ਜਾਊਗਾ। ਇਹ ਜ਼ਰੂਰੀ ਹੁੰਦਾ ਕਿ ਹਾਰਟ ਰੇਟ ਦੀ ਜੋ ਹੈ ਗਤੀ ਹੈਗੀ ਉਹਦੇ ਵਿੱਚ ਵਾਧਾ ਕੀਤਾ ਜਾਵੇ, ਜਿਹਦੇ ਨਾਲ ਸਿਹਤ 'ਤੇ ਵਧੀਆ ਅਸਰ ਪੈਂਦਾ। ਉਹਦੇ ਨਾਲ ਬਲੱਡ ਸ਼ੂਗਰ ਘਟਦੀ ਹੈ, ਕੋਲੈਸਟਰੋਲ ਘਟਦੀ ਹੈ ਅਤੇ ਹੋਰ ਕਈ ਕਿਸਮ ਦੇ ਜਿਹੜੇ ਫਾਇਦੇ ਹੁੰਦੇ ਨੇ। ਸੋ ਇਹ ਧਿਆਨ ਰੱਖਣ ਵਾਲੀ ਗੱਲ ਹੈਗੀ ਆ। ਅਸੀਂ ਇਹ ਨਹੀਂ ਕਹਿੰਦੇ ਕਿ ਹਰ ਕੋਈ ਉੱਠ ਕੇ ਦੌੜਨ ਲੱਗ ਜਾਵੇ, ਲੇਕਿਨ NHS ਜਿਹੜੀ ਵੈਬਸਾਈਟ ਹੈ ਉਹਦੇ ਵਿੱਚ ਐਕਸਰਸਾਈਜ਼ 'ਤੇ ਵੀ ਸਭ ਕੁਝ ਦੱਸਿਆ ਹੋਇਆ ਹੈ, ਅਤੇ ਉਹਦੇ ਵਿੱਚ ਐਪ ਵੀ ਹੈਗੇ ਆ ਜਿਹਨੂੰ ਫਾਲੋ ਕਰਕੇ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। NHS ਫਿਟਨੈਸ ਸਟੂਡੀਓ ਨਾਂ ਹੈਗਾ ਉਹਦਾ। ਹਾਂਜੀ ਹਾਂਜੀ, ਇੱਕ ਅਗਲੀ ਜਿਹੜੀ ਤਸਵੀਰ ਡਾਕਟਰ ਸਾਹਿਬ, ਜਿੱਦਾਂ ਆਪਾਂ ਨੂੰ ਜਿਹੜੀਆਂ ਸਟ੍ਰੈਚਿਸ ਐਕਸਰਸਾਈਜ਼ਾਂ ਵੀ ਕਾਫੀ ਕਰਨੀਆਂ ਚਾਹੀਦਾ। ਮੇਰੇ ਖਿਆਲ ਵਾਕ ਤੋਂ ਪਹਿਲਾਂ ਥੋੜੀ ਸਟ੍ਰੈਚਿਸ ਵੀ ਕਰ ਲੈਣੀਆਂ ਚਾਹੀਦੀਆਂ, ਜਾਂ ਆਹ ਤਸਵੀਰ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਡਾਕਟਰ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਜੇ ਤੁਸੀਂ ਖਾਸ ਕਰ ਜੇ ਤੁਸੀਂ ਕੋਈ ਵਿਗਰਸ ਐਕਸਰਸਾਈਜ਼ ਕਰਨੀ ਹੈ, ਜ਼ਿਆਦਾ ਜ਼ੋਰ ਲਾਉਣਾ, ਤੇ ਪਹਿਲਾਂ ਵਾਰਮ ਅਪ ਕਰਨਾ ਬੜਾ ਜ਼ਰੂਰੀ ਹੁੰਦਾ। ਥੋੜ੍ਹੀ ਜਿਹਾ ਬੋਡੀ ਨੂੰ ਚਲਾਉਣਾ, ਅਤੇ ਉਹ ਤੋਂ ਪਹਿਲਾਂ ਸਟ੍ਰੈਚਿਸ ਕਰ ਲੈਣੀਆਂ ਜਿੱਦਾਂ ਤੁਸੀਂ ਦਿਖਾ ਰਹੇ ਹੋ। ਬਾਹਾਂ ਦੀਆਂ ਵੀ ਹੋਣੀਆਂ ਚਾਹੀਦੀਆਂ, ਲੱਤਾਂ ਦੀਆਂ, ਬੋਡੀ ਦੀਆਂ, ਸਰੀਰ ਦੀਆਂ, ਬੈਕ ਦੀਆਂ ਸਟ੍ਰੈਚਿਸ ਕਰਕੇ ਇਹ ਬੜਾ ਜ਼ਰੂਰੀ ਹੈਗਾ। ਫਿਰ ਤੁਸੀਂ ਜਿਹੜੀ ਕੋਈ ਵੀ ਐਕਸਰਸਾਈਜ਼ ਸ਼ੁਰੂ ਕਰਨੀ ਹੈਗੀ ਆ, ਅਤੇ ਇਹ ਪਾਰਟ ਆਫ ਤੁਹਾਡਾ ਰੂਟੀਨ ਬਣ ਜਾਣਾ ਚਾਹੀਦਾ ਕਿ ਤੁਸੀਂ ਆਹ ਕਰਨਾ ਇਸ ਤਰੀਕੇ ਨਾਲ। ਸੋ ਸਟ੍ਰੈਚਿਸ ਦੀ ਬੜੀ ਹੈ। ਹਾਂਜੀ ਹਾਂਜੀ, ਦੇਖੋ ਡਾਕਟਰ ਸਾਹਿਬ, ਜਦੋਂ ਤੁਸੀਂ ਆਪਾਂ ਪਹਿਲੇ ਕਹੇ ਆ ਕਿ ਜਿਹੜਾ ਸਰੀਰ ਆ ਉਹਦੇ ਕਿੰਨੇ ਅੰਗ ਹੈਗੇ ਆ, ਅੰਗਾਂ ਦੇ ਵੱਖਰੇ ਵੱਖਰੇ ਜਿਹੜੇ ਉਹਨਾਂ ਦੇ ਕੰਮ ਹੈਗੇ ਆ, ਤੇ ਵੱਖਰੇ ਵੱਖਰੇ ਉਹਨਾਂ ਦੇ ਖੇਤਰ ਹੈਗੇ ਆ, ਤੇ ਪੈਰਾਂ ਦੇ ਨਾਲ ਤੁਸੀਂ ਕੁਛ ਹੀ ਐਕਸਰਸਾਈਜ਼ ਕਰ ਸਕਦੇ, ਬਾਹਾਂ ਦੇ ਨਾਲ ਤੁਸੀਂ ਕੁਛ ਐਕਸਰਸਾਈਜ਼ ਕਰ ਸਕਦੇ ਆ। ਤੇ ਨਾਲ ਦੀ ਨਾਲ ਅਗਲੀ ਜਿਹੜੀ ਤਸਵੀਰ ਹੈਗੀ ਆ ਉਹਦੇ ਵੱਲ ਵੀ ਅਸੀਂ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸੀ ਦਰਸ਼ਕਾਂ ਨੂੰ ਕਿ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ, ਇਹ ਜ਼ਰੂਰੀ ਨਹੀਂ ਕਿ ਹਰ ਇੱਕ ਵਾਸਤੇ ਸਹੀ ਹੋਣ। ਤੇ ਆਹ ਜਿਹੜੀ ਹੈਗੀ ਆ ਪੁਸ਼ਅਪ ਹੈਗੀ ਆ, ਜਿੱਦਾਂ ਅਸੀਂ ਪੰਜਾਬੀ ਜਿਹੜੇ ਕਲਚਰ ਦੇ ਸਾਡੇ ਜਿਹੜੇ ਬਜ਼ੁਰਗ ਲੋਕ ਨੇ ਉਹ ਇਹਨੂੰ ਡੰਡ ਕੱਢਣਾ ਵੀ ਕਹਿ ਸਕਦੇ ਹੈਗੇ ਆ, ਵੀ ਬਾਹਾਂ ਨੂੰ ਥੱਲੇ ਕਰਨਾ, ਬੈਂਡ ਕਰਨਾ, ਛਾਤੀ ਨੂੰ ਨੀਵਾਂ ਕਰਨਾ, ਸਿਰ ਨੂੰ ਨੀਵਾਂ ਕਰਨਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਡਾਕਟਰ ਸਾਹਿਬ? ਇਹ ਆਪਾਂ ਜੀ, ਜੇ ਆਪਾਂ ਐਕਸਰਸਾਈਜ਼ ਨੂੰ ਥੋੜ੍ਹਾ ਜਿਹਾ ਟੈਕਨੀਕਲੀ ਦੇਖੀਏ ਤਾਂ ਇੱਕ ਐਰੋਬਿਕ ਐਕਸਰਸਾਈਜ਼ ਹੁੰਦੀ ਹੈ, ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ। ਨੱਠਣਾ, ਸਵਿਮਿੰਗ ਕਰਨਾ, ਬਾਈਸਾਈਕਲ ਚਲਾਉਣਾ, ਤੁਰਨਾ, ਇਹ ਐਰੋਬਿਕ ਇਹਨੂੰ ਅਸੀਂ ਕਹੀਦਾ। ਅਤੇ ਦੂਜੀ ਹੁੰਦੀ ਹੈ ਸਟਰੈਂਥਨਿੰਗ ਐਕਸਰਸਾਈਜ਼। ਅੱਛਾ, ਬਹੁਤ ਵਾਰੀ ਮੈਂ ਦੇਖਿਆ ਕਿ ਅਸੀਂ ਇਹ ਕਹਿ ਦਈਦਾ ਕਿ ਹਾਂਜੀ ਐਕਸਰਸਾਈਜ਼ ਮੈਂ ਕਰਦਾ, ਲੇਕਿਨ ਉਹ ਵੋਕਿੰਗ ਦੇ ਵਿੱਚ ਹੀ ਜਾਂ ਪਟੇ ਉੱਤੇ ਤੁਰ ਲਿਆ ਜਾਂ ਇਸ ਤਰ੍ਹਾਂ। ਅਤੇ ਇਹ ਜਿਹੜੀ ਸਟਰੈਂਥਨਿੰਗ ਐਕਸਰਸਾਈਜ਼ ਤੁਸੀਂ ਸਿਖਾ ਰਹੇ ਹੋ, ਇਹਦੇ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ, ਜਦ ਕਿ ਸਾਇੰਸ ਇਹ ਦੱਸਦੀ ਹੈ ਕਿ ਤੁਹਾਨੂੰ ਦੋਨਾਂ ਦਾ ਮਿਸ਼ਰਣ ਕਰਨਾ ਚਾਹੀਦਾ। ਐਰੋਬਿਕ ਵੀ ਕਰੋ, ਉਹ ਨਾਲ ਹੀ ਨਾਲ ਸਟਰੈਂਥਨਿੰਗ ਵੀ ਕਰੋ। ਇਹ ਤੁਸੀਂ ਆਹ ਡੰਡ ਬੈਠਕ ਦਿਖਾ ਰਹੇ ਹੋ, ਬਾਕੀ ਉੱਦਾਂ ਸਿੱਧੀਆਂ ਬੈਠਕਾਂ ਉਹ ਵੀ ਵਧੀਆ, ਸਕੁਆਟਸ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ। ਫਿਰ ਵੇਟ ਲਿਫਟਿੰਗ ਕਰਨੇ ਹੌਲੀ ਹੌਲੀ। ਦੇਖੋ ਜਿਹੜੇ ਵੇਟ ਹੁੰਦੇ ਆ ਉਹ ਆਪਾਂ ਇੱਦਾਂ ਨਹੀਂ ਕਿ ਵੀ ਅਸੀਂ ਮਨਾਂ ਮੂੰਹ ਚੱਕਣਾ ਹੁੰਦਾ, ਉਹ ਆਪਣੀ ਸ਼ਕਤੀ ਦੇ ਮੁਤਾਬਕ ਤੁਸੀਂ ਥੋੜ੍ਹੇ ਬਹੁਤੇ ਵੇਟ, ਭਾਵੇਂ ਬਹੁਤ 1 ਕਿਲੋਗ੍ਰਾਮ 2 ਕਿਲੋਗ੍ਰਾਮ, ਭਾਵੇਂ ਇੰਨਾ ਹੀ ਕੀਤਾ ਜਾਵੇ। ਉਹਦੇ ਨਾਲ ਜਿਹੜੇ ਮਸਲ ਹੈਗੇ ਆ ਦਿਖਾ ਰਹੇ ਹੋ ਤੁਸੀਂ, ਤੇ ਆਪਾਂ ਤੇ ਉਹਦੇ ਵਿੱਚ ਮਸਲ ਜਿਹੜੇ ਆ ਉਹ ਸਟਰੈਂਥ ਕਰਨਾ ਬਹੁਤ ਜ਼ਰੂਰੀ ਨੇ। ਸੋ ਦੋਨੋਂ ਤਰ੍ਹਾਂ ਦੀਆਂ ਐਕਸਰਸਾਈਜ਼ ਕਰਨਾ ਲਾਜ਼ਮੀ ਹੈਗੀਆਂ। ਫਿਰ ਆਪਾਂ ਇੱਕ ਇਹ ਵੀ ਦੱਸਦੇ ਚੱਲੀਏ ਕਿ ਵੀ ਐਕਸਰਸਾਈਜ਼ ਕਿੰਨਾ ਚਿਰ ਕਰਨੀ ਚਾਹੀਦੀ ਹੈ। NHS ਗਾਈਡਲਾਈਨ ਇਹ ਕਹਿੰਦੀ ਹੈ ਕਿ ਹਫ਼ਤੇ ਦੇ ਵਿੱਚ ਤੁਹਾਨੂੰ 150 ਮਿੰਟ ਵਾਸਤੇ, ਜਿਹੜੀ 150 ਮਿੰਟ ਵਾਸਤੇ ਤੁਸੀਂ ਐਰੋਬਿਕ ਮੋਡਰੇਟ ਐਕਸਰਸਾਈਜ਼ ਕਰੋ। ਮੋਡਰੇਟ ਐਕਸਰਸਾਈਜ਼ ਉਹੀ ਹੈ ਜਿਹੜੀ ਮੈਂ ਦੱਸ ਕੇ ਹਟਿਆ ਅੱਗੇ, ਵੀ ਤੁਸੀਂ ਇੰਨਾ ਕੁ ਤੇਜ਼ ਤੁਰੋ ਤਾਂ ਕਿ ਤੁਹਾਡੇ ਦਿਲ ਦੀ ਜਿਹੜੀ ਧੜਕਣ ਹੈ, ਗਤੀ ਹੈ, ਉਹ ਵਧੇ। ਅਤੇ ਉਹ ਤੁਸੀਂ 4-5 ਹਫ਼ਤੇ ਵਿੱਚ ਵਾਰੀ ਕਰ ਲਓ, ਜਾਂ ਤੁਸੀਂ 10-10 15-15 ਮਿੰਟ ਕਰਕੇ ਵੀ ਕਰ ਲਓ, ਉਹ ਜਮ੍ਹਾਂ ਹੋ ਜਾਂਦੀ, ਉਹਦਾ ਫਾਇਦਾ ਹੋ ਜਾਂਦਾ। ਅਤੇ ਜੇ ਤੁਸੀਂ ਜਿਹੜਾ ਜ਼ਿਆਦਾ ਕਰਨੀ ਐਕਸਰਸਾਈਜ਼ ਅਤੇ ਫਿਰ 75 ਮਿੰਟ ਯਾਨੀ ਹਫ਼ਤੇ ਦੇ ਵਿੱਚ ਕਰੋ, ਅਤੇ ਉਹ ਤੁਹਾਡਾ ਜਿਹੜਾ ਪੂਰਾ ਹੋ ਜਾਂਦਾ। ਵੈਸੇ ਇਹ ਗਾਈਡਲਾਈਨਾਂ ਨੇ, ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਤੁਸੀਂ ਜਿੰਨਾ ਵੀ ਕਰੋਗੇ ਉਹਦਾ ਫਾਇਦਾ ਹੀ ਫਾਇਦਾ ਹੁੰਦਾ। ਅਤੇ ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਆਪਾਂ ਬੈਠੇ ਨਾ ਰਹੀਏ, ਬਹੁਤਾ ਤੁਰ ਫਿਰ ਲਈਏ। ਥੋੜ੍ਹੀ ਜਿਹਾ ਆਪਣੀ ਡੇਲੀ ਰੂਟੀਨ ਦੇ ਵਿੱਚ ਅਸੀਂ ਇਹਨੂੰ ਮਿਕਸ ਕਰ ਲਈਏ ਤਾਂ ਚੰਗੀ ਗੱਲ ਹੋਊਗੀ। ਫਰਜ਼ ਕਰ ਲਓ ਅਸੀਂ ਲਾਗ ਦੀਆਂ ਸ਼ਾਪਾਂ ਨੂੰ ਜਾਣਾ, ਅਤੇ ਗੱਡੀ ਨਹੀਂ ਲੈ ਕੇ ਜਾਂਦੇ, ਅਸੀਂ ਤੁਰ ਕੇ ਚੱਲ ਜਾਂਦੇ ਹਾਂ,
ਜਾਂ ਆਪਾਂ ਹੂੰ ਭਾਰ ਜਿਹੜੇ ਬੈਗ ਆ ਗਰੋਸਰੀ ਵਾਲੇ ਉਹ ਚੱਕ ਕੇ ਲੈ ਆਉਂਦੇ ਆ, ਉਹਦੇ ਨਾਲ ਵੀ ਤੁਹਾਡੇ ਮਸਲ ਸਟਰੋਂਗ ਹੁੰਦੇ ਆ। ਸੋ ਇਹ ਹੂੰ ਜਿਹੜੀਆਂ ਰੋਜ਼ਮਰਰਾ ਦੀਆਂ ਗੱਲਾਂ ਹੈਗੀਆਂ ਜ਼ਿੰਦਗੀ ਦੀਆਂ, ਉਹ ਜੇ ਆਪਾਂ ਉਹਦੇ ਨਾਲ ਹੀ ਕਰ ਲਈਏ ਤਾਂ ਕਾਫੀ ਫਰਕ ਪੈ ਜਾਂਦਾ ਆਪਾਂ ਨੂੰ। ਹਾਂਜੀ ਡਾਕਟਰ ਸਾਹਿਬ, ਜਿਹੜੇ ਤੁਸੀਂ ਟਾਈਮ ਦੱਸਿਆ ਹੈਗਾ, ਮੈਂ ਹੁਣੇ ਹੀ ਹਿਸਾਬ ਲਾ ਕੇ ਦੇਖਿਆ ਕੰਪਿਊਟਰ ਤੇ ਕਿ 150 ਮਿੰਟ ਨੂੰ ਅਸੀਂ ਜਦੋਂ ਸੱਤਾਂ ਦੇ ਤਕਸੀਮ ਕਰਦੇ ਹਾਂ ਤਾਂ ਤਕਰੀਬਨ 20 ਮਿੰਟ, ਐਕਚੁਅਲੀ 21 ਮਿੰਟ 42 ਸੈਕਿੰਡ ਪ੍ਰਸਾਈਸਲੀ ਬਣਦੇ ਆ ਕਿ ਇੰਨਾ ਸਮਾਂ ਸਾਨੂੰ ਇੱਕ ਦਿਨ ਦੇ ਵਿੱਚ ਕਸਰਤ ਕਰਨੀ ਚਾਹੀਦੀ ਆ। ਫਿਰ ਆਪਾਂ ਦੇਖਦੇ ਆ ਕਿ ਜੇ 4 ਤੋਂ 5 ਦਿਨ ਜੇ ਕਰੀਏ ਤੇ ਤੁਹਾਨੂੰ ਅੱਧਾ ਘੰਟਾ ਬੜਾ ਲਾਜ਼ਮੀ ਹੈਗਾ। ਮੈਂ ਜਿਹੜੀ ਪਹਿਲੀ ਤਸਵੀਰ ਆਪਾਂ ਦਿਖਾਈ ਸੀ ਡੰਡਾ ਵਾਲੀ ਜਾਂ ਪੁਸ਼ਅਪਸ ਵਾਲੀ, ਉਹਦੇ ਵਿੱਚ ਦੋ ਚੀਜ਼ਾਂ, ਮੈਂ ਕਿਹਾ ਤਿੰਨ ਚੀਜ਼ਾਂ ਦੇ ਉੱਤੇ ਜ਼ਿਆਦਾ ਉਹਨੇ ਧਿਆਨ ਦਿੱਤਾ ਸੀਗਾ, ਦਿਮਾਗ ਦੇ ਉੱਤੇ, ਦਿਲ ਦੇ ਉੱਤੇ ਤੇ ਬਾਹਾਂ ਦੇ ਉੱਤੇ। ਇਹ ਜਿਹੜਾ ਦਿਮਾਗ ਤੇ ਦਿਲ ਦਾ ਕੀ ਸੰਬੰਧ ਹੋ ਸਕਦਾ ਇਸ ਐਕਸਰਸਾਈਜ਼ ਦੇ ਨਾਲ ਡਾਕਟਰ ਸਾਹਿਬ? ਇਹ ਜਿਹੜੀ ਵੀ ਫਿਜ਼ੀਕਲ ਐਕਸਰਸਾਈਜ਼ ਕੋਈ ਵੀ ਹੈਗੀ ਹੈ, ਕਿਉਂਕਿ ਉਹਨੇ ਤੁਹਾਡੀ ਬੋਡੀ ਦੀ ਜਿਹੜੀ ਬਲੱਡ ਹੈ ਉਹਨੂੰ ਉਹਦੀ ਜਿਹੜੀ ਸਰਕੂਲੇਸ਼ਨ ਹੈ ਉਹਦੇ ਵਿੱਚ ਵਾਧਾ ਕਰਨਾ, ਉਹ ਵਧੀਆ ਸਰਕੂਲੇਸ਼ਨ ਹੈ, ਖੂਨ ਪਹੁੰਚਦਾ ਹਰ ਪਾਸੇ। ਤੇ ਜਿਹੜਾ ਦਿਲ ਦੀ ਧੜਕਣ ਨੂੰ ਜੇ ਆਪਾਂ ਤੇਜ਼ ਕਰਦੇ ਹਾਂ ਤੇ ਉਹਦੇ ਮਸਲ ਦੇ ਵਿੱਚ ਵੀ ਜਾਨ ਆਉਂਦੀ ਹੈ। ਤੇ ਜਿਹੜੀ ਬੋਡੀ ਦੇ ਵਿੱਚ ਆਪਾਂ ਕੋਲੈਸਟਰੋਲ ਵਗੈਰਾ ਆ ਜਾਂ ਸ਼ੂਗਰ ਵਗੈਰਾ ਆ, ਉਹ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਨ ਨਾਲ ਕੰਟਰੋਲ 'ਚ ਆ ਜਾਂਦੀ ਹੈ। ਸੋ ਇਸੇ ਤਰ੍ਹਾਂ ਬ੍ਰੇਨ ਨੂੰ ਫਾਇਦਾ ਹੁੰਦਾ ਕਿਉਂਕਿ ਸਰਕੂਲੇਸ਼ਨ ਵੱਧਦੀ ਹੈ। ਤੇ ਕੁਝ ਐਸੀ ਹੋਰ ਗੱਲ ਹੈਗੀ ਹੈ, ਕੋਈ ਵੀ ਐਕਸਰਸਾਈਜ਼ ਜਿਹੜੀ ਹੈ ਨਾ, ਉਹ ਇੱਕ ਦਿਮਾਗ ਦੇ ਵਿੱਚ ਇੱਕ ਕੈਮੀਕਲ ਹੁੰਦੀ ਹੈ ਐਂਡੋਰਫਿਨ, ਉਹ ਮੋਰਫਿਨ ਵਰਗੀ ਹੁੰਦੀ ਆ, ਅਫੀਮ ਵਰਗੀ ਹੁੰਦੀ ਆ। ਉਹ ਦਿਮਾਗ ਆਪੇ ਪ੍ਰੋਡਿਊਸ ਕਰਦਾ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ। ਉਹਦੇ ਨਾਲ ਤੁਹਾਨੂੰ ਜਿਹੜਾ ਦਿਮਾਗ ਦੇ ਵਿੱਚ ਜਿਹੜੀ ਹੈ ਨਾ, ਮਤਲਬ ਯੂ ਫੀਲ ਹੈਪੀ, ਤੁਸੀਂ ਖੁਸ਼ ਮਹਿਸੂਸ ਕਰਦੇ ਹੋ ਜਦ ਤੁਸੀਂ ਐਕਸਰਸਾਈਜ਼ ਕਰਕੇ ਹਟਦੇ ਹੋ, ਕਿਉਂਕਿ ਉਹ ਕੈਮੀਕਲ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ। ਸੋ ਦਿਲ ਤੇ ਦਿਮਾਗ ਤੇ ਬੋਡੀ ਨੂੰ ਜਾਣੀ ਐਕਸਰਸਾਈਜ਼ ਦਾ ਫਾਇਦਾ ਤੇ ਉਹਦਾ ਕੋਈ ਨੁਕਸਾਨ ਨਹੀਂ ਜੇ ਤੁਸੀਂ ਹਿਸਾਬ ਨਾਲ ਕਰਦੇ ਹੋ। ਹਾਂਜੀ ਡਾਕਟਰ ਸਾਹਿਬ, ਮੇਰੇ ਖਿਆਲ ਜੇ ਆਪਾਂ ਸਰਲ ਸ਼ਬਦਾਵਲੀ ਦੇ ਵਿੱਚ ਗੱਲ ਕਰੀਏ ਕਿ ਪਹਿਲੀ ਗੱਲ ਤਾਂ ਇਹ ਆ ਕਿ ਸਰੀਰ ਨੂੰ ਵਿਹਲਾ ਨਹੀਂ ਰੱਖਣਾ ਹੈਗਾ, ਵਿਹਲਾ ਨਹੀਂ ਬਹਿਣ ਦੇਣਾ ਹੈਗਾ। ਦੂਜਾ ਗੱਲ ਹੈਗੀ ਆ ਕਿ ਸਰੀਰ ਨੂੰ ਤਕਲੀਫ ਹੀ ਨਹੀਂ ਦੇਣੀ। ਤੁਸੀਂ ਗੱਲ ਜਦੋਂ ਆਪਾਂ ਭਾਰ ਚੁੱਕਣ ਦੀ ਗੱਲ ਕਰਦੀ ਆ, ਇਹ ਨਹੀਂ ਦੇਖਣਾ ਕਿ ਮੇਰਾ ਭਾਰ ਮੈਂ ਕਿੰਨਾ ਕੁ ਚੁੱਕ ਸਕਦਾ ਹੈਗਾ। ਮੇਰੇ ਖਿਆਲ ਦੇ ਵਿੱਚ ਕਿ ਮੈਂ ਅੱਜ 50 ਕਿਲੋ ਚੁੱਕਿਆ, ਕੱਲ ਨੂੰ ਮੈਂ 60 ਚੁੱਕਾ, 70 ਚੁੱਕਾ। ਮੇਰੇ ਖਿਆਲ ਜਿਹੜੀ ਰੈਗੂਲਰ ਐਕਸਰਸਾਈਜ਼ ਹੈਗੀ ਆ ਉਹ ਬੜੀ ਜ਼ਰੂਰੀ ਹੈ। ਫਿਰ ਆਪਾਂ ਦੇਖਦੇ ਆ ਤੁਸੀਂ ਜਿਹੜੀ ਐਂਡੋਰਫਿਨ ਦੀ ਗੱਲ ਕੀਤੀ ਆ, ਉਹ ਵਾਕਈ ਜਦੋਂ ਤੁਹਾਡਾ ਸਰੀਰ ਹੈ ਮੈਂ ਕਿਹਾ ਖੁਸ਼ ਹੁੰਦਾ ਹੈਗਾ, ਤੁਹਾਡਾ ਦਿਮਾਗੀ ਤੇਰਾ ਸੰਤੁਲਨ ਹੈ ਤੁਹਾਡਾ ਠੀਕ ਰਹਿੰਦਾ ਹੈ, ਜਿਹੜੀ ਉਹ ਚੀਜ਼ ਕੈਮੀਕਲਸ ਪੈਦਾ ਹੁੰਦੇ ਆ ਤੇ ਉਹਦੇ ਨਾਲ ਸਰੀਰ ਦੇ ਉੱਤੇ। ਹੋਰ ਤੁਸੀਂ ਇਹਦੇ ਬਾਰੇ ਐਕਸਰਸਾਈਜ਼ ਬਾਰੇ ਹੋਰ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਆ? ਐਕਸਰਸਾਈਜ਼ ਦੇ ਮੈਂ ਇਹੀ ਕਹੂੰਗਾ ਕਿ ਪਹਿਲਾਂ ਔਖਾ ਲੱਗਦਾ ਹੁੰਦਾ ਜਦ ਤੁਸੀਂ ਸੋਚਦੇ ਆ ਕਿ ਮੈਂ ਆਹ ਕਰਨਾ, ਕਿਉਂਕਿ ਤੁਸੀਂ ਯੂਜ਼ਡ ਨਹੀਂ ਹੋਏ ਹੁੰਦੇ ਨਾ। ਆਪਾਂ ਬੈਠਣ ਨੂੰ ਗਿੱਝੇ ਹੋਏ ਆ ਤੇ ਆਪਾਂ ਨੂੰ ਲੱਗੂਗਾ ਔਖਾ। ਲੇਕਿਨ ਜਦ ਤੁਸੀਂ ਸ਼ੁਰੂ ਕਰ ਲੈਂਦੇ ਆ, ਜਦੋਂ ਤੁਸੀਂ ਚੌਥੇ ਕਰਨ ਲੱਗ ਜਾਂਦੇ ਆ, ਫਿਰ ਐਕਚੁਅਲੀ ਤੁਹਾਤੋਂ ਰਹਿ ਨਹੀਂ ਹੁੰਦਾ। ਫਿਰ ਤੁਹਾਨੂੰ ਆਪਣੇ ਆਪ ਹੀ ਜਿਹੜੀ ਹੈ ਨਾ ਬੋਡੀ ਤੁਹਾਡੀ ਕਹੂਗੀ ਕਿ ਉੱਠ ਕੇ ਕਰ ਕੁਛ, ਤੇ ਇਹ ਆਟੋਮੈਟਿਕਲੀ ਤੁਹਾਡੇ ਵਿੱਚ ਸੁਭਾਅ ਜਿਹੜਾ ਬਣ ਜਾਣਾ ਹੈਗਾ। ਤੇ ਇਹਨੂੰ ਕੋਈ ਏਦਾਂ ਬਹੁਤ ਇਸ ਤਰ੍ਹਾਂ ਵੀ ਲੈਣ ਦੀ ਲੋੜ ਨਹੀਂ ਕਿ ਪਤਾ ਨਹੀਂ ਮੈਂ ਕੀ, ਬਹੁਤ ਔਖਾ, ਬੜਾ ਸੌਖਾ ਕੰਮ ਹੈਗਾ ਆ। ਤੁਸੀਂ ਆਪਣੇ ਹਿਸਾਬ ਨਾਲ ਹੀ ਕਰਨਾ, ਤੁਸੀਂ ਪੁਸ਼ ਨਹੀਂ ਕਰਨਾ, ਤੁਹਾਡੀ ਕਿਸੇ ਨਾਲ ਰੇਸ ਨਹੀਂ ਲੱਗੀ ਹੋਈ, ਤੁਹਾਡਾ ਆਪਣਾ ਹੀ ਹੈ। ਤੁਸੀਂ ਉਸੇ ਹਿਸਾਬ ਨਾਲ ਉਹਨੂੰ ਹੌਲੀ ਹੌਲੀ ਵਧਾਉਣਾ ਹੈਗਾ। ਤੇ ਸਿਰਫ ਇਹ ਆ ਕਿ ਇਹ ਦੋ ਜਿਹੜੀ ਐਰੋਬਿਕ ਤੇ ਜਿਹੜੀ ਸਟਰੈਂਥਨਿੰਗ ਐਕਸਰਸਾਈਜ਼, ਦੋਨਾਂ ਨੂੰ ਆਪਾਂ ਨੂੰ ਕਰਨਾ ਪਊਗਾ। ਤੀਜੀ ਗੱਲ ਹੈ, ਜਦੋਂ ਬੰਦੇ ਜ਼ਿਆਦਾ ਉਮਰ ਹੋ ਜਾਂਦੀ ਹੈ ਤੇ ਉਹਨਾਂ ਦਾ ਬੈਲੈਂਸ ਜਿਹੜਾ ਉਹਦੇ 'ਚ ਵੀ ਥੋੜ੍ਹੀ ਜਿਹੀ ਕਮਜ਼ੋਰੀ ਆ ਜਾਂਦੀ ਹੈ ਤੇ ਉਹ ਡਿੱਗ ਡੁੱਗ ਪੈਂਦੇ ਨੇ। ਇਹ ਜਿਹੜੀ ਐਕਸਰਸਾਈਜ਼ ਨੇ ਮਸਲ ਸਟਰੈਂਥਨਿੰਗ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦਾ ਉਸ ਬੈਲੈਂਸ ਦੇ ਵਿੱਚ ਬਹੁਤ ਫਰਕ ਪੈਂਦਾ। ਕਿਉਂਕਿ ਨਹੀਂ ਤਾਂ ਤੁਹਾਡਾ ਬੈਲੈਂਸ ਕਾਇਮ ਰੱਖਣ ਲਈ ਇਹ ਜਿਹੜਾ ਮਸਲ ਦੀ ਐਕਸਰਸਾਈਜ਼ ਹੈ, ਪੱਠਿਆਂ ਦੀ ਐਕਸਰਸਾਈਜ਼ ਹੈ, ਇਹ ਬਹੁਤ ਜ਼ਰੂਰੀ ਹੈ ਜੀ। ਸੋ ਦੋਨੋਂ ਐਕਸਰਸਾਈਜ਼ ਦਾ ਜਿਹੜਾ ਰੋਲ ਹੈਗਾ ਉਹ ਬਹੁਤ ਅਹਿਮ ਹੈ। ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ, ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੋ, ਸਾਨੂੰ ਦੱਸਦੇ ਹੋ ਕਿ ਸਾਡੇ ਸਰੀਰ ਵਾਸਤੇ ਕਿਹੜੀਆਂ ਵਧੀਆ ਚੀਜ਼ਾਂ ਨੇ ਕਿ ਸਾਡੀ ਤੰਦਰੁਸਤੀ ਸਾਨੂੰ ਬਣੀ ਰਵੇ ਸਾਡੀ। ਇਹਨਾਂ ਸ਼ਬਦਾਂ ਨਾਲ ਆਪ ਜੀ ਦਾ ਅੱਜ ਫਿਰ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਮਿਹਰਬਾਨੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹ ਸਨ ਡਾਕਟਰ ਗਿੱਲ। ਜਦੋਂ ਵੀ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਡਾਕਟਰ ਜੀ ਨੂੰ ਅਸੀਂ ਪੁੱਛਦੇ ਹਾਂ ਕਿ ਡਾਕਟਰ ਸਾਹਿਬ ਮੈਨੂੰ ਕੋਈ ਵਧੀਆ ਦਵਾਈ ਦਿਓ ਕਿ ਮੇਰਾ ਸਰੀਰ ਠੀਕ ਹੋ ਜਾਵੇ। ਜਿਹੜੀ ਅਸੀਂ ਅੱਜ ਉਹਨਾਂ ਨੇ ਕਸਰਤ ਦੀ ਗੱਲ ਕੀਤੀ ਆ ਕਿ ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਕਸਰਤ ਦੀ ਲੋੜ ਨਹੀਂ ਪੈਂਦੀ ਸੀ ਜਦੋਂ ਪੰਜਾਬ ਦੇ ਵਿੱਚ ਹੁੰਦੇ ਸੀ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੇ ਨੌਜਵਾਨ ਆ ਉਹ ਖੇਤਾਂ ਨੂੰ ਵੀ ਸਕੂਟਰ ਤੇ ਜਾਂਦੇ ਆ, ਕੋਈ ਬਾਹਰ
ਜੰਗਲ ਪਾਣੀ ਨਹੀਂ ਜਾਂਦਾ ਹੈਗਾ, ਘਰਾਂ ਵਿੱਚ ਟੋਲਟਾਂ ਲੱਗੀਆਂ ਨੇ। ਸੋ ਅੱਜ ਕੱਲ੍ਹ ਜਿਹੜੀ ਐਕਸਰਸਾਈਜ਼ ਹੈ ਉਹ ਖਤਮ ਹੋ ਗਈ ਹੈ। ਪੱਠੇ ਕੱਟਣੇ, ਪੱਠੇ ਕੁਤਰਨੇ, ਪੱਠੇ ਵੱਢਣੇ, ਮੱਝਾਂ ਨੂੰ ਪੱਠੇ ਪਾਉਣੇ, ਦੁੱਧ ਰਿੜਕਣਾ, ਘਰ ਦੇ ਪਾਥੀਆਂ ਪੱਥਣੀਆਂ, ਇਹ ਸਾਡੀਆਂ ਵੱਡੀਆਂ ਐਕਸਰਸਾਈਜ਼ ਹੁੰਦੀਆਂ ਸੀਗੀਆਂ। ਪਰ ਹੁਣ ਇਸ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਿਰਾਏ ਤੇ ਜਾ ਕੇ ਜਿੰਮਾਂ ਦੇ ਵਿੱਚ ਜਾ ਕੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ। ਪਰ ਆਹ ਜਿਹੜਾ ਮੌਸਮ ਇੰਨਾ ਸੋਹਣਾ ਇਸ ਵੇਲੇ ਹੈਗਾ, ਇਹਦੇ ਵਿੱਚ ਤੁਹਾਨੂੰ ਸੈਰ ਕਰਨੀ ਬੜੀ ਜ਼ਰੂਰੀ ਆ। ਤੇ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਯਾਦ ਦਵਾ ਦਈਏ ਕਿ ਇਸ ਆਉਣ ਵਾਲੇ ਵੀਕਐਂਡ ਦੇ ਉੱਤੇ, ਸਪਤਾਹ ਦੇ ਉੱਤੇ ਜੋ ਥੈਟਫੋਰਡ ਮੇਲਾ ਹੋ ਰਿਹਾ ਹੈ, ਉਹਦੇ ਵਿੱਚ ਤੁਹਾਨੂੰ ਸਿੱਧਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਥੈਟਫੋਰਡ ਦੇ ਮੇਲੇ ਵਿੱਚ 7-8 ਜੁਲਾਈ ਨੂੰ ਜਿਹੜਾ ਕਿ ਹੋ ਰਿਹਾ ਹੈ, ਉਹਦਾ ਤੁਹਾਨੂੰ ਪੋਸਟ ਕੋਡ ਵੀ ਦੇ ਦਿੱਤਾ ਹੈ। ਇਹ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੁਸੀਂ ਜ਼ਰੂਰ ਉੱਥੇ ਆਓ। ਸਿੱਖ ਚੈਨਲ ਵੀ ਉੱਥੇ ਹੋਵੇਗਾ। ਸ਼ਨੀਵਾਰ ਤੇ ਐਤਵਾਰ ਨੂੰ ਅਸੀਂ ਆਪਣੇ ਦਰਸ਼ਕਾਂ ਨੂੰ ਉੱਥੇ ਵੀ ਉਡੀਕਾਂਗੇ, ਤੇ ਨਾ ਹੋਇਆ ਤਾਂ ਅਸੀਂ ਕਿਸੇ ਵਜ੍ਹਾ ਕਰਕੇ ਤੁਸੀਂ ਨਹੀਂ ਜਾ ਸਕੇ, ਤੁਹਾਨੂੰ ਅਸੀਂ ਕੈਮਰੇ ਦੀ ਅੱਖ ਦੇ ਨਾਲ ਇਹ ਸਾਰਾ ਜਿਹੜਾ ਇੰਤਜ਼ਾਮ ਤੁਹਾਨੂੰ ਦਿਖਾਇਆ ਜਾਵੇਗਾ। ਤੇ ਨਾਲ ਦੀ ਨਾਲ ਅਸੀਂ ਇੰਦਰਜੀਤ ਸੰਧੂ ਤੇ ਨਾਲ ਦੀ ਨਾਲ ਪੀਟਰ ਬੈਂਸ ਤੇ ਉਹਨਾਂ ਦੇ ਹੋਰ ਸਾਰੇ ਜਿੰਨੀ ਵੀ ਸਪੋਰਟ ਟੀਮ ਹੈਗੀ ਆ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਪੰਜਾਬੀਆਂ ਨੂੰ ਇਹ ਜਿਹੜੀ ਜਾਣਕਾਰੀ ਦਿੰਦੇ ਆ। ਜੋ ਇਤਿਹਾਸ ਹੈ ਸਾਡਾ, ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ ਹੈ, ਸੋਫੀਆ ਦਾ ਇਤਿਹਾਸ ਹੈ, ਉਹਦੇ ਬਾਰੇ ਜਾਣਕਾਰੀ ਦਿੰਦੇ ਰਹੇ। ਕੱਲ ਅਸੀਂ ਪੀਟਰ ਬੈਂਸ ਜੀ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਮਹਾਰਾਣੀ ਜਿੰਦਾਂ ਦੀ ਵੀ ਇੱਕ ਬਲੂ ਪਲੇਕ ਲਾਉਣ ਦੇ ਯਤਨ ਹੋ ਰਹੇ ਆ, ਕਿ ਉਹ ਵੀ ਇੱਕ ਨਾਮਵਰ ਹਸਤੀ ਹੋਈ ਸੀ, ਭਾਵੇਂ ਥੋੜਾ ਚਿਰ ਇੱਥੇ ਰਹੀ ਸੀ। ਸੋ ਇਹ ਜਿਹੜੇ ਯਤਨ ਬੜੇ ਜ਼ਰੂਰੀ ਨੇ। ਤੇ ਅਖੀਰ ਦੇ ਵਿੱਚ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਯਾਦ ਦਵਾਉਂਦੇ ਰਹੀਏ, ਇਹ ਤੁਹਾਡਾ ਆਪਣਾ ਚੈਨਲ ਹੈ, ਇਹ ਤੁਹਾਡੇ ਆਪਣੇ ਦਸਵੰਧ ਦੇ ਨਾਲ ਚਲਾਇਆ ਜਾ ਰਿਹਾ ਹੈ, ਤੇ ਤੁਹਾਡਾ ਜਿਹੜਾ ਸਹਿਯੋਗ ਹੈ ਉਹ ਸਾਨੂੰ ਬੜਾ ਜ਼ਰੂਰੀ ਹੈ। ਤੇ ਕੋਈ ਵੀ ਤੁਸੀਂ ਸਾਨੂੰ ਸੁਝਾਅ ਦੇਣਾ ਹੈ, ਸਹਿਯੋਗ ਦੇਣਾ ਹੈ, ਸਾਨੂੰ ਵਿਚਾਰ ਦੇਣੇ ਹਨ, ਕੋਈ ਪ੍ਰਤੀਕਰਮ ਦੇਣੇ ਹਨ, ਸਾਨੂੰ ਇਸ WhatsApp ਨੰਬਰ ਦੇ ਉੱਤੇ ਜ਼ਰੂਰ ਆਪਣੇ ਜਿਹੜੇ ਸੰਦੇਸ਼ ਆ ਸਾਡੇ ਨਾਲ ਵਿਚਾਰ ਸਾਂਝੇ ਕਰਿਆ ਕਰੋ। ਸਾਨੂੰ ਬੜੀ ਖੁਸ਼ੀ ਹੋਵੇਗੀ ਉਹਨਾਂ ਵਿਚਾਰਾਂ ਨੂੰ ਉੱਤੇ ਅਮਲ ਕਰਨ ਦੀ, ਤਾਂ ਕਿ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਵਧੀਆ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ। ਤੇ ਨਾਲ ਦੀ ਨਾਲ ਅੱਜ ਫਿਰ ਇੱਕ ਵਾਰ ਅਸੀਂ ਸਰਦੂਲ ਸਿੰਘ ਜੀ ਮਾਰਵਾ ਜੀ ਦਾ, ਉਜਾਗਰ ਸਿੰਘ ਜੀ ਦਾ ਤੇ ਡਾਕਟਰ ਮਹਿੰਦਰ ਗਿੱਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਸਭ ਤੋਂ ਧੰਨਵਾਦ ਜ਼ਿਆਦਾ ਹੈ ਸਾਡੇ ਦਰਸ਼ਕਾਂ ਦਾ, ਜਿਨ੍ਹਾਂ ਦੀ ਬਦੌਲਤ ਇਹ ਜਿਹੜਾ ਸਿੱਖ ਚੈਨਲ ਹੈ ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਡਟਿਆ ਪਿਆ ਹੈ, ਜੁਟਿਆ ਪਿਆ ਹੈ। ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਸ਼ਬਦਪਾਲ ਸਿੰਘ ਨੂੰ ਦਿਓ ਆਗਿਆ। ਹੁਣ ਆਪਾਂ ਚੁੱਕ ਦੀ ਖਿਮਾ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।